स्वागत प्रोग्राम गल्लां ते गीत सारे दर्शकों नूं जी आया जी। मैं हाँ वरुण कौर मान और मैं कदे कदे सोचती हुन्नी हाँ कि इन्ना टाइम फोनां दे उत्ते लग जांदा साडा, किताबां नूं असीं टाइम घट नहीं देण लग गए। कई लोग हुंदे ने वो तां हले भी बहुत बहुत किताबां पढ़ते हैं, पर कई लोग फोन के जरिए किताबां पढ़ते हैं। चलो अपना अपना ढंग है, अपना अपना स्टाइल है। मसला तो इत्थे मुकदा कि सानू जानकारी हासिल होनी चाहिए है, पर कदे कदे कुछ किताबां तुसीं अजिहियां पढ़दे आ ना, तुहाडे दिल दे उत्ते वो बहुत डूंगा असर करदियां। तुसीं दुनिया दे किते भी जांदे आ, किते ना किते उस किताब दे नाल जुड़ी हुई याद तुहानूं मिल जांदी आ। पर ਉਹ ਲੋਕ ਕਿੱਦਾਂ ਦੇ ਹੁੰਦੇ ਆ ਨਾ ਜਿਹੜੇ ਉਹਨਾਂ ਕਿਤਾਬਾਂ ਨੂੰ ਲਿਖਦੇ ਆ ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਬਹੁਤ ਕੁਝ ਸਿੱਖਦੇ ਆ। ਸੋ ਕਿਤਾਬ ਲਿਖਣਾ ਇੱਕ ਬਹੁਤ ਵੱਡੀ ਕਲਾ। ਉਹ ਕਿਤਾਬ ਚਾਹੇ ਕਵਿਤਾ ਦੀ ਹੋਵੇ, ਚਾਹੇ ਕਹਾਣੀਆਂ ਦੀ ਹੋਵੇ, ਚਾਹੇ ਉਹ ਵਾਰਤਕ ਹੋਵੇ, ਚਾਹੇ ਉਹ ਨਾਵਲ ਹੋਣ, ਉਹਨਾਂ ਨੂੰ ਲਿਖਣ ਵਾਲੇ ਕਮਾਲ ਦੇ ਹੁੰਦੇ ਨੇ ਜਿਨ੍ਹਾਂ ਦੀ ਲਿਖੀ ਹੋਈ ਲੇਖਣੀ ਪੜ੍ਹ ਕੇ ਸਾਡੀ ਜ਼ਿੰਦਗੀ ਖੁਸ਼ਹਾਲ ਹੁੰਦੀ ਹੈ, ਸਾਡੀ ਜ਼ਿੰਦਗੀ ਉਹਨਾਂ ਤੋਂ ਬਹੁਤ ਕੁਝ ਸਿੱਖਦੀ ਹੈ। ਸੋ ਅੱਜ ਜਿਹੜੇ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਆਏ ਨਾ, ਉਹਨਾਂ ਦੀ ਕਲਮ ਵੀ ਇੱਦਾਂ ਦੀ ਹੈ ਜਿਨ੍ਹਾਂ ਦੀ ਕਲਮ ਨੇ ਬਹੁਤ ਸਾਰੇ ਅਵਾਰਡ ਵੀ ਹਾਸਲ ਕੀਤੇ, ਜਿਨ੍ਹਾਂ ਦੀ ਕਲਮ ਨੇ ਬਹੁਤ ਸਾਰੀ ਦੁਨੀਆ ਨੂੰ ਬੜੇ ਤਰੀਕੇ ਦੇ ਨਾਲ ਸੇਧ ਵੀ ਦਿੱਤੀ, ਔਰ ਜਿਨ੍ਹਾਂ ਦੀ ਕਲਮ ਨੇ ਇੱਕ ਇੱਦਾਂ ਦਾ ਨਾਵਲ ਸਾਨੂੰ ਦੇ ਦਿੱਤਾ ਜਿਸ ਤੋਂ ਬਾਅਦ ਉਹ ਉਸ ਨਾਮ ਦੇ ਨਾਲ ਜਾਣੇ ਜਾਣ ਲੱਗੇ। मैं गल कर रही हाँ बलदेव सिंह सड़कनामा होना दी। साडे स्टूडियो दे विच आए ने। 80 तो वध किताबां इन्हां दियां छप गईयां ने। साहित्य अकैडमी पुरस्कार दिल्ली तो मिलिया है इन्हां नूं, भारत सरकार ने दिता। श्रोमणी साहित्यकार पुरस्कार पंजाब सरकार वल्लों इन्हां नूं मिलिया। कहानियां, नावल, वार्तक, संवाद, पता नहीं की बहुत बहुत वड्डी लिस्ट आ। मेरी उम्र बहुत निक्की आ तुहाड़ियां तारीफां गिणदी दी। बहुत बहुत स्वागत है जी आयां नूं। मैं सारी दूरदर्शन टीम दा ਧੰਨਵਾਦ ਕਰਦਾ ਬਹੁਤ ਬਹੁਤ। ਤੁਸੀਂ ਸ਼ੁਰੂਆਤ ਬਹੁਤ ਵਧੀਆ ਕੀਤੀ ਹੈ ਜੀ, ਔਰ ਹਨਾ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਜੀ। ਬਿਲਕੁਲ, ਮੈਂ ਜਦੋਂ ਵੀ ਥੋੜਾ ਨਾਮ ਸੁਣਿਆ ਬਲਦੇਵ ਸਿੰਘ ਸੜਕਨਾਮਾ, ਆਮ ਬੰਦੇ ਨੂੰ ਤਾਂ ਇੰਨਾ ਹੀ ਪਤਾ ਨਾ ਕਿ ਇੱਕ ਨਾਵਲ ਆਇਆ ਸੜਕਨਾਮਾ, ਜਿਸ ਤੋਂ ਬਾਅਦ ਇਹਨਾਂ ਨੂੰ ਸੜਕਨਾਮਾ ਕਿਹਾ ਜਾਣ ਲੱਗਾ। ਪਰ ਆਖਰ ਕਿਉਂ ਤੁਹਾਡੇ ਨਾਮ ਦੇ ਨਾਲ ਇਸ ਨਾਵਲ ਦਾ ਨਾਮ ਜੋੜ ਦਿੱਤਾ ਗਿਆ? ਕੀ ਇਸ ਦੇ ਪਿੱਛੇ ਦਾ ਕਿੱਸਾ ਸੀ? ਪਹਿਲਾਂ ਤਾਂ ਮੈਂ ਥੋੜਾ ਜਿਹਾ ਸੁਧਾਰ ਦਿਆਂ ਜੀ ਵਰੁਣ ਜੀ, ਇਹ ਨਾਵਲ ਨਹੀਂ ਹੈ ਜੀ, ਇਹ ਛੋਟੇ ਛੋਟੇ ਐਪੀਸੋਡਾਂ ਦਾ ਸੰਗ੍ਰਹਿ ਕੀਤਾ ਹੋਇਆ ਹੈ ਜੀ। ਉਸ ਜਿਹੜੇ ਛੋਟੇ ਛੋਟੇ ਐਪੀਸੋਡ ਛਪਦੇ ਸੀ ਜਿਹੜੇ ਨਾਗਮਣੀ 'ਚ ਲਗਾਤਾਰ ਜੀ 15 16 17 ਵਰ੍ਹੇ ਤੱਕ ਲੰਮਾ, ਜੀ ਉਹਦਾ ਨਾਂ ਸੜਕਨਾਮਾ ਸੀ, ਉਸ ਕਾਲਮ ਦਾ ਨਾਂ ਜੀ। ਅਤੇ ਉਹ ਫਿਰ ਸੜਕਨਾਮਾ ਕਰਕੇ ਹੀ ਇੰਨਾ ਪਾਠਕਾਂ 'ਚ ਮਕਬੂਲ ਹੋਇਆ, ਇੰਨਾ ਪਾਪੂਲਰ ਹੋਇਆ, ਅਤੇ ਕਹਿਣ ਲੱਗ ਪਏ ਵੀ ਇਹ ਸੜਕਨਾਮੇ ਵਾਲਾ ਬਲਦੇਵ ਸਿੰਘ ਹੈ। ਅੱਛਾ ਜੀ। ਅਤੇ ਬਸ ਹੌਲੀ ਹੌਲੀ ਮੇਰੇ ਨਾਂ ਨਾਲ ਹੀ ਜੁੜ ਗਿਆ। ਓਕੇ। ਸਾਡੇ ਇੱਕ ਹੁੰਦਾ ਇਹ, ਸ਼ਾਇਦ ਅੱਜ ਕੱਲ੍ਹ ਆਪਣੇ ਪੰਜਾਬ 'ਚ ਹੈ ਨਹੀਂ, ਇੱਕ ਬੂਟੀ ਹੁੰਦੀ ਸੀ ਅਲੇਹਾ ਕਹਿੰਦੇ ਸੀ ਉਹਨੂੰ, ਸੁਣਿਆ ਕਦੀ? ਨਹੀਂ, ਮੈਂ ਤੁਹਾਡੇ ਤੋਂ ਸੁਣ ਰਹੀ ਹਾਂ। ਅੱਛਾ। ਹਾਂਜੀ। ਉਹ ਜੇ ਖੇਤਾਂ ਵਿੱਚ ਜਾਂਦੇ ਸੀ ਨਾ, ਜਦੋਂ ਜੋ ਪਜਾਮੇ ਜਾਂ ਸੁੱਥੂ ਨਾਲ ਜਾਂ ਚਾਦਰੇ ਨਾਲ ਲੱਗ ਜਾਂਦਾ ਸੀ, ਉਹ ਲਹਿੰਦਾ ਨਹੀਂ ਸੀ, ਤਾਂ ਹੀ ਤਾਂ ਚੜ੍ਹਦਾ ਜਾਂਦਾ ਸੀ। ਉਹ ਕੰਡਿਆਂ ਵਾਲਾ ਛੋਟਾ ਛੋਟਾ ਭਮੀਰੀਆਂ ਜਿਹੀਆਂ ਹੁੰਦੀਆਂ ਸੀਗੀਆਂ। ਅਤੇ ਉਹ ਇਹ ਨਾਮ ਫਿਰ ਜਦੋਂ ਮੇਰੇ ਨਾਲ ਸੜਕਨਾਮਾ ਅਲੇਹੇ ਵਾਂਗੂ, ਫਿਰ ਬਸ ਉਹ ਜੇ ਮੈਂ ਨਾਮ ਹੀ ਲਿਖਾਂ, ਮੇਰੀ ਕਿਸੇ ਕਿਤਾਬ ਦੇ ਉੱਤੇ ਬਲਦੇਵ ਸਿੰਘ ਇਕੱਲਾ ਹੀ ਆ, ਸੜਕਨਾਮਾ ਨੇ ਨਾਲ ਲਿਖਿਆ ਹੋਇਆ। ਅਤੇ ਪਰ ਪਾਠਕ ਨੇ ਜਿਹੜੇ, ਜਾਂ ਮੇਰੇ ਜਿਹੜੇ ਜਾਣ ਪਛਾਣ ਸਾਹਿਤਕ ਅਦਾਰਿਆਂ ਦੇ ਜਿਹੜੇ ਬੰਦੇ ਨੇ, ਉਹ ਮੈਨੂੰ ਬਲਦੇਵ ਸਿੰਘ ਸੜਕਨਾਮਾ ਕਰਕੇ ਜਾਣਦੇ ਨੇ। ਮਤਲਬ ਤੁਸੀਂ ਕਿਤੇ ਆਪਣੇ ਆਪ ਨੂੰ? ਮੈਂ ਆਪਣੇ ਆਪ ਦਾ ਆਪਣਾ ਨਾਮ ਘੱਟ ਲਿਖਦਾ, ਪਰ ਮੇਰੇ ਨਾਲ ਕਈ ਵਾਰੀ ਗੁੱਸੇ ਹੋ ਜਾਂਦੇ ਆ ਵੀ ਤੂੰ ਸੜਕਨਾਮਾ ਨਾਲ ਕਿਉਂ ਨਹੀਂ ਲਿਖਿਆ। ਇੱਕ ਸਾਨੂੰ ਮੇਰਾ ਇੱਕ ਦੋਸਤ ਹੈ, ਲੇਖਕ ਹੈ, ਉਹਨੇ ਇੱਕ ਨਾਵਲ ਲਿਖਿਆ, ਮੈਨੂੰ ਕਹਿੰਦਾ ਵੀ ਇਹਦੇ ਜਿਹੜੇ ਬੈਕ ਟਾਈਟਲ ਦੇ ਪਿੱਛੇ ਨਾ ਤੁਸੀਂ ਇੱਕ ਪੈਰਾ ਲਿਖ ਦਿਓ। ਲਿਖਦੇ ਆਮ ਰਿਵਾਜ ਹੈਗਾ। ਮੈਂ ਲਿਖਤਾ ਅਤੇ ਉਹ ਥੱਲੇ ਇਕੱਲਾ ਬਲਦੇਵ ਸਿੰਘ ਸੀ, ਛਪ ਗਿਆ। ਉਹ ਇਸ ਗੱਲੋਂ ਗੁੱਸੇ ਹੋ ਗਿਆ ਵੀ ਤੂੰ ਨਾਲ ਸੜਕਨਾਮਾ ਕਿਉਂ ਨਹੀਂ ਲਿਖਿਆ ਹੈਗਾ। ਕੌਣ ਬਲਦੇਵ ਸਿੰਘ ਮੈਨੂੰ ਪੁੱਛਦੇ ਨੇ ਸਾਰੇ, ਕਿਹੜਾ ਬਲਦੇਵ ਸਿੰਘ ਹੈ, ਕੌਣ? ਕਿਉਂਕਿ ਬਲਦੇਵ ਸਿੰਘ ਬਹੁਤ ਨੇ ਸਾਹਿਤ ਵਿੱਚ, ਬੜੇ 8 9 10 ਹੈਗੇ ਨੇ ਮੇਰੇ ਨਾਂ ਦੇ। ਅਤੇ ਉਹ ਕਹਿੰਦਾ ਵੀ ਮੈਨੂੰ ਪੁੱਛੀ ਜਾਂਦੇ ਕੌਣ ਬਲਦੇਵ ਸਿੰਘ। ਮੈਂ ਕਿਹਾ ਮੇਰਾ ਕਿਸੇ ਕਿਤਾਬ 'ਤੇ ਨਾਂ ਨਹੀਂ ਹੈਗਾ। ਕਹਿੰਦਾ ਨਹੀਂ, ਤੁਸੀਂ ਸੜਕਨਾਮਾ ਕਿਉਂ ਨਹੀਂ ਨਾਲ ਲਿਖਿਆ ਇਹਦੇ 'ਚ? ਇਹ ਇੰਨਾ ਜਾਣੀ ਇਹ ਨਾਂ ਨਾਲ ਮੇਰੇ ਜੁੜ ਗਿਆ ਹੈਗਾ।
ਵਾਹ, ਤੁਸੀਂ ਦੇਖੋ ਸਾਨੂੰ ਤਾਂ ਇੰਨਾ ਪਤਾ ਆ ਕਿ ਤੁਹਾਡਾ ਮਤਲਬ ਜਿਹੜਾ ਸੜਕਨਾਮਾ ਜਿਹੜਾ ਸੰਗ੍ਰਹਿ ਸੀ ਉਸ ਤੋਂ ਬਾਅਦ ਲੱਗਾ, ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਤੁਸੀਂ ਆਪ ਕਦੇ ਨਾਮ ਨਾਲ ਲਿਖਦੇ ਹੀ ਨਹੀਂ। ਮੈਂ ਲਿਖਦਾ ਹੀ ਨਹੀਂ ਕਦੇ ਆਪਣੇ ਨਾਮ, ਮੇਰੇ ਜਿੰਨੀਆਂ ਵੀ ਕਿਤਾਬਾਂ ਸਿਰਫ ਬਲਦੇਵ ਸਿੰਘ ਇਕੱਲਾ ਲਿਖਿਆ ਹੋਇਆ। ਪਰ ਜਦੋਂ ਮੈਨੂੰ ਕੋਈ ਫੋਨ ਕਰਦਾ ਨਾ, ਜਦੋਂ ਹੁਣ ਵੀ ਅਜੇ ਵੀ ਫੋਨ ਆਉਂਦਾ ਵੀ ਬਲਦੇਵ ਸਿੰਘ, ਮੈਂ ਕਿਹਾ ਪੁੱਛਣਾ ਬੋਲਦੇ ਹੋ, ਮੈਂ ਕਿਹਾ ਸੜਕਨਾਮਾ ਵਾਲੇ ਬੋਲਦੇ ਹੋ ਨਾ, ਉਹ ਮੈਂ ਕਿਹਾ ਭਾਈ ਉਹੀ ਬੋਲਦਾ। ਫਿਰ ਉਹਨਾਂ ਦੀ ਤਸੱਲੀ ਹੋ ਜਾਂਦੀ ਹੈ ਵੀ ਬੰਦਾ ਉਹੀ ਹੈ। ਅੱਜ ਕੋਈ ਪੁੱਛ ਰਿਹਾ ਸੀਗਾ ਕਿ ਹੁਣ ਤੁਹਾਡੀ ਕਿਹਦੇ ਨਾਲ ਆ ਇੰਟਰਵਿਊ, ਹਨਾ? ਮੈਂ ਕਿਹਾ ਬਲਦੇਵ ਸਿੰਘ ਹੁਣਾਂ ਦੇ ਨਾਲ। ਸੇਮ ਮੇਰੇ ਨਾਲ ਕੱਲ ਇਹ ਗੱਲ ਹੋਈ, ਕਹਿੰਦੇ ਅੱਛਾ ਉਹ ਸੜਕਨਾਮਾ ਸਿੰਘ ਜੀ ਨਾਲ। ਬਸ ਆਹੀ ਸੜਕਨਾਮਾ, ਬਸ ਇੱਕ ਸਿੰਘ ਹੋਰ ਨਾਲ ਜੁੜ ਗਿਆ ਫਿਰ। ਤੋ ਚਲੋ ਪਹਿਚਾਣ ਬਣਨੀ ਬਹੁਤ ਔਖੀ ਆ ਪਰਮਾਤਮਾ ਨੇ। ਨਹੀਂ ਬਿਲਕੁਲ ਬਿਲਕੁਲ, ਪਛਾਣ ਤੁਸੀਂ, ਤੁਹਾਡੀ ਕੋਈ ਰਚਨਾ ਤੁਹਾਡੇ ਨਾਂ ਨਾਲ ਜੁੜਦੀ ਹੈ ਜੀ, ਤੇ ਇਹ ਇੱਕ ਆਪਣੇ ਆਪ ਚੀਜ਼, ਉਸ ਦੀ ਪ੍ਰਵਾਨਗੀ ਉਸ ਸਾਰੇ ਪਾਠਕ ਵਰਗ ਵੱਲੋਂ ਮਿਲੀ ਹੁੰਦੀ ਹੈ ਤੁਹਾਨੂੰ ਵੀ, ਇੰਨੀ ਮਕਬੂਲ ਤੁਹਾਡੀ ਰਚਨਾ ਹੈ। ਬਿਲਕੁਲ। ਤੁਹਾਡਾ ਪਰਿਵਾਰ, ਉਸ ਦੇ ਬਾਰੇ ਬਹੁਤ ਘੱਟ ਗੱਲ ਹੋਈ ਹੈ, ਤੇ ਤੁਹਾਡਾ ਪਿਛੋਕੜ, ਪੜ੍ਹਾਈ, ਫਿਰ ਤਾਂ ਆਪਾਂ ਨੂੰ ਬਹੁਤ ਪਿੱਛੇ ਜਾਣਾ ਪਊਗਾ। ਤਿਆਰ ਆ ਮੈਂ ਜੀ। ਫਿਰ ਉਹਨਾਂ ਸਮਾਂ ਨਹੀਂ ਹੋਣਾ ਸ਼ਾਇਦ ਇੱਥੇ, ਬਹੁਤ ਪਿੱਛੇ ਜਾਈਏ ਤਾਂ। ਜੀ ਜੀ ਜੀ। ਵੈਸੇ ਤਾਂ ਜੇ ਮੈਂ ਪਿੱਛੋਂ ਬਚਪਨ ਤੋਂ ਸ਼ੁਰੂ ਕਰਾਂ, ਤੇ ਮੈਂ ਜਦੋਂ ਸਾਰਾ ਉਸ ਸਮੇਂ 'ਚ ਜਦੋਂ ਜਾਂਦਾ ਹੈ ਨਾ, ਜਦੋਂ ਉਤਰਦਾ, ਤੇ ਮੈਨੂੰ ਕੁਝ ਵੀ ਇਹੋ ਜਿਹਾ ਮਾਣ ਕਰਨ ਵਾਲਾ ਨਹੀਂ ਲੱਭ ਰਿਹਾ ਜੀ ਵੀ ਮੈਂ ਕੋਈ ਜਾਣੀ ਬਹੁਤ ਹੀ ਵਧੀਆ ਸੋਨੇ ਦੇ ਚਮਚਿਆਂ ਵਾਲਾ ਬਚਪਨ ਸੀਗਾ ਕੋਈ, ਜਾਂ ਬੜਾ ਸੀ ਕੁਝ ਨਹੀਂ। ਯਾਦ ਤਾਂ ਆਉਂਦਾ ਸਿਰਫ ਉਹਨਾਂ ਵੇਲਿਆਂ ਵਿੱਚ ਜਦੋਂ ਕੋਈ ਬੱਚਿਆਂ ਦੇ ਹੱਸਣ ਖੇਡਣ ਤੇ ਖੜਮਸਤੀਆਂ ਦਾ ਟਾਈਮ ਹੁੰਦਾ। ਮੈਨੂੰ ਆਪਣੇ ਕੰਮ ਹੀ ਯਾਦ ਆਉਂਦੇ ਨੇ ਵੀ ਤੂੰ ਕੀ ਕਰਦਾ ਰਿਹਾ। ਅੱਛਾ ਜੀ। 5ਵੀਂ 6ਵੀਂ ਸੀ, ਤੇਰੀ ਜ਼ਿੰਮੇਵਾਰੀ ਪੱਠੇ ਲਿਆ ਕੇ ਘਰੇ ਸਿੱਟਣ ਦੀ ਹੈ, ਜਾਂ ਤੂੰ ਸਕੂਲੋਂ ਆਏਗਾ ਤਾਂ ਪੱਠੇ ਕੁਤਰਨੇ ਆ, ਤੇਰੀ ਜ਼ਿੰਮੇਵਾਰੀ ਹੈ, ਤੂੰ ਪਸ਼ੂ ਲੈ ਕੇ ਜਾਣੇ ਨੇ। ਉਹ ਗੱਲਾਂ ਤਾਂ ਮੇਰੇ ਯਾਦ ਨੇ ਜੀ। ਜੇ ਮੈਨੂੰ ਕੋਈ ਚੰਗੀ ਗੱਲ ਜਿਹੜੀ ਜੇ ਕੋਈ ਹੋ ਸਕਦਾ ਹੋਵੇ ਵੀ, ਉਹ ਪਤਾ ਨਹੀਂ ਕਿਉਂ ਚੇਤਿਆਂ ਵਿੱਚੋਂ ਖਾਰਜ ਹੋ ਗਈ। ਇਸ ਤਰ੍ਹਾਂ ਦੀਆਂ ਜਿਹੜੇ ਪਰਿਵਾਰਕ ਬਚਪਨ 'ਚ ਸੰਕਟ ਜਿਹੜੇ ਆਏ, ਉਹ ਮੈਨੂੰ ਜ਼ਰੂਰ ਯਾਦ ਹੈ। ਹੁਣ ਇਹੋ ਜਿਹਾ ਵੀ ਮੈਨੂੰ ਪੱਠੇ ਲੈਣ ਭੇਜਤਾ, ਮੈਂ ਉਦੋਂ 5ਵੀਂ 'ਚ ਸੀਗਾ ਜੀ। ਉਹ ਚਰੀ ਬੀਜੀ ਹੁੰਦੀ ਸੀ ਸਾਡੀ, ਚਰੀ ਸੀਗੀ ਬਹੁਤ ਲੰਮੀ ਹੋ ਗਈ, ਸਾਡੇ ਸੋਚ ਤੋਂ ਬਹੁਤ ਲੰਮੀ ਹੋ ਜਾਂਦੀ, ਕਈ ਵੀ ਛੋਟੀ ਰਹਿ ਜਾਂਦੀ। ਉਹ ਮੈਨੂੰ ਉਹਦਾ ਅੰਦਾਜ਼ਾ ਨਾ ਆਇਆ ਵੀ ਇਹ ਜਿੰਨੀ ਕੁ ਮੈਂ ਵੱਢ ਲਈ ਵੀ ਇਹ ਮੈਥੋਂ ਚੱਕੀ ਨਹੀਂ ਜਾਣੀ ਹੈ, ਭਾਰੀ ਬਹੁਤ ਹੋ ਜਾਣੀ ਹੈ। ਤੇ ਉਹ ਲੰਬੀ ਹੋਣ ਕਰਕੇ ਉਹਦਾ ਭਾਰ ਜ਼ਿਆਦਾ ਸੀਗਾ। ਉਹ ਮੈਂ ਰੱਖ ਤਾਂ ਲਈ ਸਿਰ ਤੇ ਕਿਵੇਂ ਨਾ ਕਿਵੇਂ, ਉਹ ਖੜੀ ਕਰਕੇ ਤੇ ਥੱਲੇ ਬਹਿ ਕੇ ਉੱਠਣਾ ਹੁੰਦਾ। ਤੇ ਉਹ ਜਦੋਂ ਮੈਂ ਥੋੜ੍ਹਾ ਜਿਹਾ ਘਰ ਵੱਲ ਨੂੰ ਚੱਲਿਆ, ਤੇ ਉਹ ਥੋੜ੍ਹੇ ਜਾ ਕੇ ਮੈਨੂੰ ਐਂ ਲੱਗੇ ਵੀ ਹੁਣ ਮੇਰੀ ਧੌਣ ਸਮਝ ਲਓ ਵੀ ਮੋਢਿਆਂ ਦੇ ਵਿੱਚ ਹੀ ਵੜਦੀ ਜਾਂਦੀ ਆ, ਇੰਨਾ ਭਾਰ ਸੀ। ਇੱਧਰੋਂ ਘਰੇ ਮੈਨੂੰ ਉਡੀਕੀ ਜਾਣ ਵੀ ਉਹ ਤਾਂ ਬਹੁਤ ਚਿਰ ਹੋ ਗਿਆ ਆਇਆ ਨਹੀਂ। ਉਹ ਜਦੋਂ ਮੈਂ ਪਿੰਡ 'ਚ ਵੜਿਆ, ਤੇ ਜਿਹੜੇ ਸੱਥ 'ਚ ਬੈਠੇ ਲੋਕ ਕਹਿੰਦੇ ਆ ਬਾਪੂ ਜੀ ਦਾ ਨਾਂ ਹਰਦਿਆਲ ਸਿੰਘ ਸੀਗਾ, ਤੇ ਉਹ ਕਹਿੰਦੇ ਵੀ ਆਹ ਦੇਖੀਏ ਭਾਈ ਆ ਦਿਆਲ ਦਾ ਮੁੰਡਾ ਜਾਂ ਘਰੇ ਪਹੁੰਚੂ ਕਿ ਨਹੀਂ ਪਹੁੰਚੂ, ਐਂ ਜਾਣੀ ਉਹਨਾਂ ਨੇ ਮੈਨੂੰ ਗੱਲ ਸੁਣੀ। ਪਰ ਮੈਂ ਥੋੜ੍ਹਾ ਜਿਹਾ ਅੱਗੇ ਜਾ ਕੇ, ਸਾਡੇ ਇੱਕ ਮੋੜ ਦੇ ਪਿੱਛੇ ਸੀਗਾ ਘਰ, ਉੱਤੇ ਸੱਟ ਤੇ ਮੈਂ ਤੁਹਾਡੇ ਅੱਗੇ ਤੇ ਉੱਥੇ ਬੈਠਾ। ਮੈਂ ਉਧਰੋਂ ਬਾਪੂ ਜੀ ਗਏ ਲੱਭਣ ਮੈਨੂੰ ਵੀ ਕਿੱਥੇ ਗਿਆ, ਕਿ ਇੰਨਾ ਚਿਰ ਹੋ ਗਿਆ ਮੁੰਡਾ ਆਇਆ ਨਹੀਂ। ਨਾਲੇ ਤਾਂ ਉਹ ਭਰੀ ਆਪ ਚੁੱਕ ਲਿਆਏ, ਨਾਲੇ ਉੱਥੋਂ ਗਾਲਾਂ ਕੱਢਦੇ ਆਏ। ਘਰੇ ਆ ਕੇ ਫਿਰ ਮੈਨੂੰ ਕੁੱਟ ਪਈ, ਇੰਨੀ ਭਾਰੀ ਕਿਉਂ ਚੱਕੀ। ਪਰ ਮੈਨੂੰ ਲੱਗਦਾ ਵੀ ਉਹ ਕੁੱਟ ਜਿਹੜੀ ਸੀ ਨਾ, ਉਹ ਦਰਦ ਸੀ ਇੱਕ ਬਾਪ ਦਾ, ਵੀ ਜੇ ਕੁਝ ਹੋ ਜਾਂਦਾ। ਤੇ ਇਹੋ ਜਿਹੀਆਂ ਗੱਲਾਂ ਤਾਂ ਮੇਰੇ ਚੇਤੇ ਹੈਗੀਆਂ ਨੇ। ਤੇ ਬਾਕੀ ਇਹ ਵੀ ਪਿੰਡ ਦੇ ਸਕੂਲ 'ਚੋਂ ਹੀ ਦੇਖੋ 10ਵੀਂ ਤੱਕ ਮੈਂ ਪੜ੍ਹਿਆ ਜੀ, ਪਿੰਡ ਦੇ ਸਕੂਲ 'ਚੋਂ ਹੀ। ਫਿਰ ਮੇਰਾ ਇੱਕ ਸ਼ੁਭ ਚਿੰਤਕ ਮਾਸਟਰ ਸੀਗਾ ਜੀ, ਜਿਹੜਾ ਮੈਨੂੰ ਮੈਥ ਦੇ ਵਿੱਚ ਬਹੁਤ ਕੁੱਟਦਾ ਹੁੰਦਾ ਸੀ, ਹਿਸਾਬ ਮੇਰਾ ਬਹੁਤ ਮਾੜਾ ਸੀਗਾ। ਤੇ ਉਹਨੇ ਘਰੇ ਆ ਕੇ ਕਿਹਾ ਵੀ ਤੁਸੀਂ ਦੇਖੋ ਵੀ ਮੁੰਡੇ ਨੂੰ ਕਾਲਜ ਸਕੂਲ 'ਚ ਨਾ ਪੜ੍ਹਾਇਓ, ਇਹਦੇ 'ਚ ਦਿਮਾਗ ਹੈ ਨਹੀਂਗਾ। ਅੱਛਾ, ਇਹ ਮੈਂ ਸੁਣਿਆ ਸੀ ਕਿਤੇ, ਸੁਣਿਆ ਨਹੀਂ, ਵਾਪਰੀ ਹੈ ਮੇਰੇ ਨਾਲ। ਪੜ੍ਹਾਈ 'ਚ ਤੁਸੀਂ ਠੀਕ ਹੀ ਸੀ? ਮੈਂ ਠੀਕ ਹੀ ਸੀਗਾ, ਠੀਕ ਸੀ। ਹੁਣ ਦੇਖੋ ਸਾਡੇ ਜਿਹੜੀ 10ਵੀਂ ਵੀ ਪਾਸ ਕੀਤੀ, ਜਿਹਨੂੰ ਉਦੋਂ ਸਾਨੂੰ ਨਾ ਮਜ਼ਾਕ ਨਾਲ ਰਾਇਲ ਡਿਵੀਜ਼ਨ ਕਹਿੰਦੇ ਹੁੰਦੇ ਆ, ਥਰਡ ਡਿਵੀਜ਼ਨ 10ਵੀਂ ਪਾਸ ਕੀਤੀ ਸੀ। ਤੇ ਉਹ ਲੇਕਿਨ ਬਾਪੂ ਜੀ ਸ਼ਾਇਦ ਅਨਪੜ੍ਹ ਹੋਣ ਕਰਕੇ ਉਹਨਾਂ ਦੇ ਮਨ 'ਚ ਸੁਪਨੇ ਸੀਗੇ ਵੀ ਮੈਂ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾ ਹੈਗਾ। ਕਾਲਜ 'ਚ ਵੀ ਚਲਾ ਗਿਆ ਮੈਂ। ਕਾਲਜ ਦਾ ਇੱਕ ਅੱਡ ਕਿੱਸਾ ਇੱਥੇ ਮੈਂ ਨਹੀਂ ਛੇੜਦਾ, ਉਹ ਵੱਖਰਾ ਹੈ। ਉਹ ਵੀ ਕਾਲਜ 'ਚ ਕਿਸ ਤਰ੍ਹਾਂ ਦੇ ਕੱਪੜੇ ਪਾ ਕੇ ਜਾਣਾ ਚਾਹੀਦਾ, ਉਹ ਵੀ ਮੈਨੂੰ ਨਹੀਂ ਸੀ ਆਉਂਦੇ। ਪਿੰਡਾਂ ਦੇ ਰਹਿਣ ਵਾਲੇ ਹੁੰਦੇ ਸੀ, ਉਦੋਂ ਬੋਸਕਿਆਂ ਦੇ ਪਜਾਮੇ ਹੁੰਦੇ ਸੀਗੇ, ਉਦੋਂ ਬੜੇ ਚਾਅ ਨਾਲ ਨਵਾਂ ਉਦੋਂ ਪ੍ਰਿੰਸੀਪਲ ਕਹਿੰਦਾ ਇਹ ਰਾਤ ਨੂੰ ਪਾਈਦੇ ਹੁੰਦੇ ਆ, ਸਾਨੂੰ ਤਾਂ ਪਤਾ ਹੀ ਨਹੀਂ ਸੀ। ਉਹ ਕਿੱਸਾ ਜਾਣੀ ਹੋਰ ਹੈ। ਤੇ ਜਾਣੀ ਕਾਲਜ 'ਚ ਮੈਂ ਚਲੋ ਗਿਆ। ਹੁਣ ਦੇਖੋ ਸ਼ਹਿਰਾਂ ਦੇ ਰਹਿਣ ਵਾਲੇ ਬੱਚੇ ਵੀ ਪੜ੍ਹਦੇ ਸੀ, ਉੱਤੇ ਹੋਰ ਸੀ, ਫਰਕ ਸੀ, ਗੈਪ ਸੀ ਇੱਕ। ਤੇ ਲੇਕਿਨ 12ਵੀਂ ਕਰ ਲਈ, BA ਕਰ ਲਈ, ਉਦੋਂ 12ਵੀਂ ਵੀ ਹੁੰਦੀ ਸੀ, FA ਹੁੰਦੀ ਸੀ, FA ਜੀ। ਤੇ ਲੇਕਿਨ ਸਮਝ ਨਹੀਂ ਸੀ ਆ ਰਹੀ ਵੀ ਕਰਨਾ ਕੀ ਹੈ। ਵੀ
ਨਾ ਤਾਂ ਮਾਂ-ਬਾਪ ਕੋਲੇ ਕੋਈ ਵਿਜ਼ਨ ਸੀ ਇਹੋ ਜਿਹਾ ਵੀ ਮੈਂ ਬੱਚਿਆਂ ਨੂੰ ਇਹੀ ਸੀ ਵੀ ਪੜ੍ਹਾਉਣਾ ਹੈ ਵੱਧ ਤੋਂ ਵੱਧ ਜੀ। ਨਾ ਘਰੋਂ ਕੋਈ ਇਹੋ ਜਿਹੀ ਮੈਨੂੰ ਸੇਧ ਮਿਲੀ ਵੀ ਕੀ ਬਣਨਾ ਤੂੰ, ਨਾ ਸਕੂਲ 'ਚੋਂ ਕੋਈ ਅਧਿਆਪਕਾਂ ਨੇ ਕੋਈ ਇਸ ਤਰ੍ਹਾਂ ਦੀ ਸੇਧ ਦਿੱਤੀ ਵੀ ਤੂੰ ਬਣਨਾ ਕੀ ਹੈ। ਤੂੰ ਇਸ ਤਰ੍ਹਾਂ ਹੀ ਜਣੀ ਸਿਰਫ ਪੜ੍ਹਨਾ ਹੀ ਹੈ, ਮਨ 'ਚ ਇਹੀ ਸੀ ਪੜ੍ਹਨਾ ਹੀ ਹੈ। ਕਦੇ ਫਿਰ ਉਹ ਇੱਥੋਂ ਤੱਕ ਹੋ ਗਿਆ ਵੀ ਜੇ ਫੌਜ 'ਚ ਨੌਕਰੀ ਨਿਕਲੀ ਇੱਥੇ ਚਲਾ ਜਾ, ਜੇ 에ਅਰ ਫੋਰਸ 'ਚ ਕਿਤੇ ਆ ਗਿਆ ਇਸ਼ਤਿਹਾਰ ਕਿਤੇ ਸੁਣਨ ਦਾ ਦੱਸਦਾ ਵੀ ਉੱਥੇ ਭਰਤੀ ਸ਼ੁਰੂ ਹੋ ਉੱਥੇ ਚਲਾ ਜਾ, ਜਿਹੜੀ ਬਿਨਾਂ ਕਿਸੇ ਤੁਸੀਂ ਤੁਹਾਡੇ ਸੁਪਨੇ ਤੋਂ ਵੀ ਤੁਸੀਂ ਇਹ ਕੀ ਕਰਨਾ ਹੈਗਾ। ਹੁਣ ਜਿੱਥੇ ਤੁਸੀਂ ਇਹ ਦੇਖੋ ਵੀ ਫਰਜ਼ ਕਰੋ ਮੈਂ 에ਅਰ ਫੋਰਸ 'ਚ ਅੰਬਾਲੇ ਗਿਆ ਜੀ, 12 ਕੀਤੀਆਂ ਸੀ ਉਦੋਂ, ਤੇ ਕੱਲਾ ਹੀ ਤੁਰ ਗਿਆ ਮੈਂ। ਅੱਛਾ ਜੀ। ਤੁਰ ਗਿਆ ਤੇ ਉੱਥੇ ਹੁਣ ਕੋਈ ਤਾਂ ਤੇਲਗੂ ਤੋਂ ਆਇਆ, ਕੋਈ ਤਾਮਿਲ ਤੋਂ ਆਇਆ, ਕੋਈ ਬੰਗਲੌਰ ਤੋਂ ਆਇਆ, ਕੋਈ ਬੰਗਾਲ ਤੋਂ ਆਇਆ, ਮੁੰਡੇ ਫਟਾਫਟ ਉਹ ਅੰਗਰੇਜ਼ੀ ਬੋਲਣ, ਫਟਾਫਟ ਉਹ ਜਵਾਬ ਦੇਣ, ਮੈਂ ਉਹਨਾਂ ਦੇ ਮੂੰਹ ਵੱਲ ਦੇਖੀ ਜਾਇਆ। ਮੈਂ ਕਿਹਾ ਇੱਕ ਪੰਜਾਬੀ ਉੱਤੋਂ ਅੰਗਰੇਜ਼ੀ, ਇੱਕ ਪੰਜਾਬੀ ਤੋਂ ਅਗਾਂਹ ਅੰਗਰੇਜ਼ੀ, ਤੇ ਇੱਕ ਮੈਂ ਪਿੰਡ ਦਾ ਪੜ੍ਹਿਆ ਹੋਇਆ 10ਵੀਂ ਜਮਾਤ। ਪਤਾ ਸੀ ਵੀ ਨਹੀਂ ਸਿਲੈਕਸ਼ਨ ਹੋਣੀ, ਮੁੜਿਆ ਆਉਣਾ। ਫਿਰ ਅਖੀਰ BA ਵੀ ਕਰ ਲਈ ਖਿੱਚ ਧੂ ਕੇ ਜੀ, ਫਿਰ ਵੀ ਕੋਈ ਰਾਹ ਨਹੀਂ ਮਿਲਿਆ। ਤੇ ਹੁਣ ਦੇਖੋ ਵੀ ਕਹਿੰਦੇ ਵੀ ਚਲੋ ਫਿਰ ਇਦਾਂ ਕਰੋ ਵੀ B.Ed ਕਰਾ ਲਓ, ਮੁੰਡੇ ਨੂੰ ਮਾਸਟਰ ਬਣ ਜਾਣਾ ਹੈ। ਅੱਛਾ ਜੀ। ਹਾਂਜੀ। ਤੇ ਹੁਣ ਮੈਂ ਅੱਜ ਸੋਚਦਾ ਅੱਜ ਦੇ ਸਮੇਂ 'ਚ ਵੀ ਕਿੰਨਾ ਜ਼ਿੰਮੇਵਾਰੀ ਵਾਲਾ ਕਿੱਤਾ ਹੈ ਅਧਿਆਪਕ ਦਾ। ਬਿਲਕੁਲ। ਜਿਨ੍ਹਾਂ ਨੇ ਬਚਪਨ ਤੋਂ ਬੱਚੇ ਨੂੰ ਬਿਲਡ ਕਰਨਾ ਹੈ ਤੇ ਦੇਸ਼ ਦਾ ਭਵਿੱਖ ਬਣਾਉਣਾ ਹੈਗਾ। ਤੇ ਕਿੰਨਾ ਨਗੂਣਿਆ ਹੋਇਆ ਇਹ ਕੋਰਸ ਹੈ ਵੀ ਚਲੋ ਹੋਰ ਕੁਝ ਵੀ ਨਹੀਂ ਮਿਲਦਾ ਨਾ, ਇਹਨੂੰ B.Ed ਕਰਾ ਦਿਓ। ਜਾਣੀ B.Ed ਹਰ ਕਰ ਲੈਂਦਾ ਸੀ। ਜਿਵੇਂ ਅੱਜ ਕੱਲ੍ਹ LLB ਹੈ ਵੀ ਨਹੀਂ ਕਿਤੇ ਪਾਸ ਜਾਂਦਾ, ਇਹਨੂੰ LLB ਕਰਾ ਦਿਓ, ਉਹ ਵਕੀਲ ਬਣ ਜਾਊਗਾ, ਕਚਹਿਰੀਆਂ 'ਚ ਤੁਰਿਆ ਫਿਰੂਗਾ। ਉਨਾ ਹੀ ਜ਼ਿੰਮੇਵਾਰੀ ਵਾਲਾ ਕਿੱਤਾ ਜਿਹੜਾ ਐਡਵੋਕੇਟ ਦਾ ਹੁੰਦਾ, ਜਿਹਨੇ ਦੋਸ਼ੀ ਨੂੰ ਦੋਸ਼ੀ ਸਾਬਤ ਕਰਨਾ ਹੁੰਦਾ ਤੇ ਨਿਰਦੋਸ਼ ਨੂੰ ਦੋਸ਼ ਸਾਬਤ ਕਰਨਾ ਹੁੰਦਾ। ਜਾਣੀ ਉਹ ਵੀ ਜ਼ਿੰਮੇਵਾਰੀ ਉੱਤੇ ਅਧਿਆਪਕ ਦਾ ਵੀ ਉਨਾ ਹੀ ਹੈ। ਬਿਲਕੁਲ। ਤੁਸੀਂ ਦੇਖ ਲਓ ਵੀ ਜੇ ਇੱਕ ਡਾਕਟਰ ਕਿਸੇ ਦੀ ਮਰੀਜ਼ ਦਾ ਗਲਤ ਕਰੂਗਾ ਤਾਂ ਇੱਕ ਮਰੀਜ਼ ਮਰੂਗਾ, ਜਾਂ ਕੋਈ ਵਿਗਿਆਨੀ ਤੋਂ ਕੋਈ ਉਹਦਾ ਜਿਹੜਾ ਐਕਸਪੈਰੀਮੈਂਟ ਆ ਉਹ ਫੇਲ ਹੋ ਗਿਆ ਤਾਂ ਉਹਦਾ ਨੁਕਸਾਨ ਥੋੜ੍ਹਾ ਬਹੁਤਾ ਹੋਊਗਾ। ਬਿਲਕੁਲ। ਇਸ ਤਰ੍ਹਾਂ ਜੇ ਕੋਈ ਇੰਜੀਨੀਅਰ ਨੇ ਪੁਲ ਬਣਾਤਾ ਟੁੱਟ ਗਿਆ ਤਾਂ ਉਹੀ 5-10 ਕਰੋੜ ਦਾ ਨੁਕਸਾਨ ਹੋਊਗਾ। ਪਰ ਜੇ ਅਧਿਆਪਕ ਜੇ ਤਬਾਹ ਕਰੇ ਆਪਣੀ ਜਮਾਤ ਨੂੰ ਤੇ ਫਿਰ ਤਾਂ ਤੁਸੀਂ ਦੇਖੋ ਵੀ ਕਿੱਥੋਂ ਤੱਕ ਜਾਂਦਾ ਇਹ ਦੇਸ਼ ਦੇ ਭਵਿੱਖ ਨੂੰ, ਕਿੰਨਾ ਨੁਕਸਾਨ ਜਿਹੜੀ ਜ਼ਿੰਦਗੀ ਦਾ ਹੁੰਦਾ। ਉਹ ਫਿਰ ਮੈਂ ਮਾਸਟਰ ਬਣ ਗਿਆ। ਹੋ ਸਕਦਾ ਮੇਰੇ ਅੰਦਰ ਜਾਣੀ ਉਹ ਯੋਗਤਾ ਨਾ ਹੋਵੇ, ਮੈਂ ਹੁਣ ਇੱਥੇ ਕਹਿ ਰਿਹਾ ਜਾਣੀ, ਲੇਕਿਨ ਹੋਰ ਕੁਝ ਹੋ ਨਹੀਂ ਸਕਦਾ ਸੀ। B.Ed 'ਚ ਦਾਖਲਾ ਲੈ ਲਿਆ, ਸਾਡੇ ਸ਼ਹਿਰ ਵਿੱਚ ਹੀ B.Ed ਸੀ ਜਿੱਥੇ ਮੋਗੇ ਮੈਂ ਪੜ੍ਹਦਾ ਸੀ। ਤੇ ਹੁਣ ਜਿਸ ਤਰ੍ਹਾਂ ਦੇ ਜੀਵਨ 'ਚੋਂ ਮੈਂ ਨਿਕਲ ਕੇ ਆਇਆ ਸੀ ਜੀ, ਬਚਪਨ 'ਚੋਂ ਹੋਰਾਂ 'ਚੋਂ ਕੰਮ ਕਰਨਾ ਹੀ ਸਿੱਖਿਆ ਸੀ ਵੀ ਇੱਧਰ ਜਾਣਾ ਉੱਧਰ ਜਾਣਾ, ਸਕੂਲੋਂ ਆ ਕੇ ਇੱਥੋਂ ਤੱਕ ਕਿ ਸਹਾਇਕ ਧੰਦੇ ਹੁੰਦੇ ਆ ਨਾ। ਬਾਪੂ ਜੀ ਨੇ ਸਹਾਇਕ ਧੰਦੇ ਵੀ ਤੋਰਿਆ। ਇੱਕ ਲਾਊਡ ਸਪੀਕਰ ਲੈ ਲਿਆ ਸੀਗਾ ਜਦੋਂ ਮੈਂ 10ਵੀਂ 'ਚ ਪੜ੍ਹਦਾ ਸੀ। ਉਹ ਲੋਕਾਂ ਦੇ ਵਿਆਹਾਂ ਤੇ ਜਾ ਕੇ, ਭੋਗਾਂ ਤੇ ਜਾ ਕੇ, ਉਹਨਾਂ ਦੇ ਮੰਗਣਿਆਂ ਤੇ ਜਾ ਕੇ ਮੈਂ ਸਪੀਕਰ ਵੀ ਵਜਾਉਂਦਾ ਹੁੰਦਾ ਸੀ। ਇੰਨੀ ਮਿਹਨਤ ਤੁਸੀਂ ਕੀਤੀ, ਫਿਰ ਤੁਸੀਂ ਇੰਨਾ ਪੜ੍ਹੇ ਹੈ ਨਾ, ਤੇ ਫਿਰ ਤੁਸੀਂ ਅਧਿਆਪਕ ਵੀ ਲੱਗ ਗਏ। ਪਰ ਬਹੁਤ ਮਿਹਨਤ ਦੇ ਨਾਲ ਤੁਸੀਂ ਅਧਿਆਪਕ ਲੱਗਦੇ ਆ, ਔਰ ਮਤਲਬ ਹੁੰਦਾ ਆ ਕਿ ਸਭ ਤੋਂ ਸੌਖੀ ਜੋਬ ਆਪਾਂ ਕਹਿ ਦਈਏ, ਜਦਕਿ ਹੁੰਦੀ ਬਹੁਤ ਔਖੀ ਹੈ ਉਹ, ਹੈ ਨਾ, ਅਧਿਆਪਕ ਲੱਗਣਾ, ਬੱਚਿਆਂ ਨੂੰ ਪੜ੍ਹਾਉਣਾ। ਪਰ ਕਿਤੇ ਨਾ ਕਿਤੇ ਉਹ ਟੈਕਸੀ ਡਰਾਈਵਿੰਗ ਤੋਂ ਬਹੁਤ ਸੌਖੀ ਆ। ਇੱਦਾਂ ਦਾ ਕਿਹੜਾ ਚਾਅ ਆ ਗਿਆ ਤੁਹਾਡੇ ਅੰਦਰ ਕਿ ਚੰਗੇ ਭਲੇ ਲੱਗੇ ਅਧਿਆਪਕ ਕਹਿਣ ਲੱਗੇ ਕਿ ਮੈਂ ਤਾਂ ਹੁਣ ਅਧਿਆਪਕ ਦਾ ਕਿੱਤਾ ਛੱਡ ਦੇਣਾ, ਆਪਾਂ ਹੁਣ ਲੱਗੇ ਡਰਾਈਵਰੀ ਕਰਨ? ਉਹਦਾ ਵੀ ਉਹਦੇ 'ਚ ਨਾ ਇੱਕ ਮੈਂ ਤੁਹਾਨੂੰ ਛੋਟਾ ਜਿਹਾ ਕਿੱਸਾ ਸੁਣਾਉਣਾ ਵਾ ਜੀ। ਜਦੋਂ ਮੇਰੇ ਨਾਲ ਜਿਹੜੇ 10ਵੀਂ 'ਚ ਕੋਈ ਫੇਲ ਹੋ ਗਏ ਸੀ, ਕੋਈ 8ਵੀਂ ਛੱਡ ਗਏ ਸੀ, ਕੋਈ ਹੋਰ ਛੱਡ ਗਏ ਸੀ, ਮੈਂ 10ਵੀਂ ਕਰਕੇ ਪੜ੍ਹਨ ਲੱਗ ਗਿਆ। ਉਹਨਾਂ ਨੇ ਜਦੋਂ ਜਦੋਂ ਮੈਂ ਮਾਸਟਰ ਲੱਗ ਗਿਆ 3 ਸਾਲ ਤਾਂ ਮੈਂ ਪੰਜਾਬ 'ਚ ਹੀ ਪੜ੍ਹਾਇਆ ਜੀ। ਫਿਰ ਅਸੀਂ 1-2 ਮਾਸਟਰਾਂ ਨੇ ਕਹਿੰਦੇ ਯਾਰ ਹਿਮਾਚਲ 'ਚ ਤਾਂ ਉੱਥੇ ਡਬਲ ਤਨਖਾਹ ਮਿਲਦੀ ਹੈ ਮਾਸਟਰਾਂ ਨੂੰ। ਅੱਛਾ ਜੀ। ਆਪਾਂ ਉੱਥੇ ਚੱਲੀਏ। ਇੱਥੇ ਉਦੋਂ ਤਨਖਾਹਾਂ ਹੁੰਦੀਆਂ ਸੀ 100 ਰੁਪਏ, 110 ਰੁਪਏ ਜਾਂ 166 ਰੁਪਏ, ਇੰਨੀ ਕੁ ਤਨਖਾਹ ਹੁੰਦੀ ਸੀ। ਅੱਜ ਕੱਲ੍ਹ ਤਾਂ ਸੁਣ ਕੇ ਸੋਚੀਦਾ ਵੀ ਕਮਾਲ, ਇਹ ਪੈਸੇ ਕਿੱਥੇ ਰੱਖਦੇ ਹੋਣਗੇ। ਸੱਚੀ ਗੱਲ। ਉਦੋਂ 100 ਰੁਪਏ ਦੀ ਵੀ ਵੈਲਿਊ, ਉਦੋਂ 100 ਰੁਪਏ ਦੀ ਵੈਲਿਊ ਹੁੰਦੀ ਸੀ। ਉਹਦੇ 'ਚੋਂ ਬਚਾ ਕੇ ਵੀ ਮੈਂ ਘਰੇ ਪੈਸੇ ਦਿੰਦਾ ਹੁੰਦਾ ਸੀ। ਜੀ ਜੀ। ਉਹ ਜਦੋਂ 3 ਸਾਲ ਮੈਂ ਲਾਏ, ਅਸੀਂ ਡਬਲ ਤਨਖਾਹ ਦੇ ਲਾਲਚ 'ਚ ਹਿਮਾਚਲ ਚਲੇ ਗਏ ਜੀ। ਉੱਥੇ ਵੀ ਸਮਝ ਲਓ ਵੀ 3 ਸਾਲ ਮੈਂ ਉੱਥੇ ਲਾਏ। ਇੱਕ ਵਾਰੀ ਮੈਂ ਛੁੱਟੀਆਂ ਨਾ ਉਲਟ ਹੁੰਦੀਆਂ, ਸਰਦੀਆਂ 'ਚ ਇੱਧਰ ਆ ਜਾਈਦਾ, ਗਰਮੀਆਂ 'ਚ ਉੱਧਰ ਜਾਈਦਾ। ਸਰਦੀਆਂ 'ਚ ਇੱਧਰ ਆਇਆ ਹੋਇਆ ਸੀ ਤੇ ਜਿਹੜੇ ਮੇਰੇ ਨਾਲ 8ਵੀਂ 'ਚੋਂ ਫੇਲ ਹੋਏ ਸੀ ਤਾਂ ਉਹ ਕਲਕੱਤੇੋਂ ਆਏ ਹੋਏ ਸੀਗੇ। ਤੇ
ਪੂਰਾ ਸੈਂਟ ਸੁੰਟ ਜਾ ਉਹਨਾਂ ਦੇ ਉੱਤੇ ਛਿੜਕਿਆ। ਉਹ ਕਹਿੰਦੇ ਮਾਸਟਰ ਆਇਆ ਓਏ ਆਪਣੇ ਨਾਲ ਪੜ੍ਹਦਾ ਜਿਹੜਾ ਚਲੋ ਮਿਲ ਕੇ ਆਈ। ਉਹ ਮੇਰੇ ਕੋਲੇ ਆ ਗਏ ਤੇ ਗਾਂ ਦੇਖ ਕੇ ਸੋਨੇ ਦਾ ਇੱਧਰ ਕੜਾ, ਮਾਛਾਪਾਂ, ਚਾਦਰਾ ਬੰਨਿਆ, ਸੈਂਟ ਜਾ ਛਿੜਕੇ ਉਹਨਾਂ ਚੋਂ ਪੂਰਾ ਜਾਣੀ ਪੂਰੀ ਸੁਗੰਧ, ਜਿੰਨੇ ਡਰਾਈਵਰ ਪੂਰਾ ਮਾਵੇ ਵਾਲੀ ਪੱਗ ਬੰਨੇ ਹੋਈ, ਸੋਨੇ ਦਾ ਦੰਦ ਇੱਕ ਲਾਇਆ ਹੋਇਆ। ਮੈਂ ਕਿਹਾ ਯਾਰ ਇਹ ਫੇਲ ਹੋਇਆ 8ਵੀਂ ਚੋਂ, ਇੰਨਾ ਕੁਝ ਆ, ਚੜਾਈ ਇੰਨੀ ਚੜਾਈ ਬੜੀ ਇਹਦੀ ਜੋ ਕੀਤੀ ਹੋਈ ਹੈ। ਮੈਨੂੰ ਕਹਿੰਦੇ ਕਿੰਨੀ ਤਨਖਾਹ ਮਿਲਦੀ ਹੈ? ਮੈਂ ਕਿਹਾ ਵੀ ਮੈਨੂੰ ਮਿਲਦੇ ਹੈਗੇ ਆ, ਉਧਰਲੇ ਪਾਸੇ ਸੀਗਾ 300 ਰੁਪਇਆ ਬਣ ਜਾਂਦਾ ਸੀ ਮੇਰਾ, ਇੱਧਰ 100 ਘੱਟ ਸੀ। ਮੈਂ ਕਿਹਾ 300 ਰੁਪਏ ਮਹੀਨਾ। ਕਹਿੰਦਾ ਬਸ? ਮੈਂ ਕਿਉਂ? ਕਹਿੰਦਾ 300 ਹੀ ਤਾਂ ਢਾਬੇ ਤੇ ਰੋਟੀ ਖਾ ਜਾਂਦੇ ਅਸੀਂ। ਸੱਚੀ ਸੀ ਕਿ ਫੁਕਰੀ ਸੀ? ਹਾਂਜੀ। ਮੈਂ ਕਿਹਾ ਤੂੰ 15-10 ਸਾਲ ਗਾਲੇ ਇਹਨਾਂ ਤੋਂ ਬਾਅਦ ਜੀ, 8ਵੀਂ ਤੋਂ ਬਾਅਦ BA ਕੀਤੀ, ਮਾਸਟਰੀ ਕੀਤੀ, ਹੁਣ ਕੀਤੀ, ਤੈਨੂੰ ਮਹੀਨੇ ਦਾ 300 ਮਿਲਦਾ? ਉਹ ਕਹਿੰਦਾ ਅਸੀਂ 300 ਦੀ ਰੋਟੀ ਖਾ ਜਾਂਦੇ ਆ। ਮੇਰੇ ਮਨ ਚ ਨਾ ਉਹ ਕਿਤੇ ਖੁੱਭ ਗਿਆ। ਮੈਂ ਕਿਹਾ ਯਾਰ ਇਹਦੇ ਨਾਲ ਤਾਂ ਬਿਜ਼ਨਸ ਕਾਰੋਬਾਰੀ ਕਰਕੇ ਦੇਖ ਲਈਏ ਕੋਈ। ਤੇ ਮੈਂ ਮੁੜ ਤਾਂ ਗਿਆ ਹਿਮਾਚਲ ਚ ਫੇਰ ਜੀ ਛੁੱਟੀਆਂ ਬੰਦ ਹੋਣ, ਪਰ ਮੈਂ ਉੱਥੋਂ ਮੇਰੇ ਮਨ ਦੇ ਵਿੱਚ ਨਾ ਉਹ ਲੱਗਿਆ ਰਹਿੰਦਾ ਸੀ। ਮੈਂ ਕਿਹਾ ਚੱਲ ਛਾਪਾਂ ਛੱਲੇ ਮੇਰੇ ਨਾ ਉਹ ਸੁਪਨਿਆਂ ਚ ਆਉਣ ਲੱਗ ਗਏ। ਹਾਲਾਂਕਿ ਮੈਂ ਪਾਇਆ ਹੁੰਦਾ ਕਦੇ ਵੀ ਨਹੀਂ, ਕੁਝ ਵੀ ਨਹੀਂ ਪਾਇਆ ਤੇ ਲੇਕਿਨ ਮੈਂ ਮਨ ਚ ਧਾਰ ਲਿਆ। ਮੈਂ ਕਿਹਾ ਵੀ ਨਹੀਂ, ਦੇਖੀਏ ਜੂਆ ਖੇਡ ਕੇ ਦੇਖੀਏ ਜ਼ਿੰਦਗੀ ਦਾ ਜੀ, ਵੀ ਜੇ ਕੁਝ ਚੰਗਾ ਹੋ ਜੇ ਤਾਂ। ਤੇ ਮੈਂ ਚਲਾ ਗਿਆ ਜੀ ਕਲਕੱਤੇ ਜਾ ਕੇ ਚਿੱਠੀ ਪਾਈ। ਉਦੋਂ ਫੋਨ ਤਾਂ ਹੁੰਦੇ ਨਹੀਂ ਸੀ। ਬਿਲਕੁਲ। ਮੈਂ ਕਿਹਾ ਮੈਂ ਤਾਂ ਮਾਸਟਰੀ ਦੇ ਮੈਡੀਕਲ ਲੀਵ ਲੈ ਕੇ ਚਲਾ ਗਿਆ। ਮੈਂ ਕਲਕੱਤੇ ਚਲਾ ਗਿਆ। ਉੱਥੇ ਜਿਹੜੇ ਜਾਣਦੇ ਸੀ ਮੈਨੂੰ, ਉਹ ਕਹਿੰਦੇ ਪਹਿਲਾਂ ਕਹਿੰਦੇ ਮਾਸਟਰ ਪੱਟ ਲਿਆ, ਆਪਾਂ ਪੱਟ ਲਈਏ, ਇਹਨੂੰ ਜਾਣ ਨਾ ਦਈਏ। ਉਹ ਹੋਰ ਮੈਨੂੰ ਦਿਖਾਉਣ ਲੱਗ ਪਏ ਲਾਲਚ, ਇੱਥੋਂ ਤਾਂ ਮੌਜਾਂ ਬੜੀਆਂ, ਇੱਥੋਂ ਤਾਂ ਆਹ ਬੜਾ, ਕਹਿੰਦਾ ਇਹਨੂੰ ਮੋੜਨਾ ਨਾ ਦਈਏ, ਇਹਦੀ ਮਾਸਟਰੀ ਖੋਈਏ ਆਪਾਂ। ਉਹਨਾਂ ਦੇ ਮਨਾਂ 'ਚ ਸੀ। ਦੇਖੋ ਤੁਸੀਂ, ਇਹ ਵੀ ਹੁੰਦੀ ਆ, ਸਾਈਕੀ ਹੁੰਦੀ ਸਾਡੀ। ਤੇ ਉਹਨਾਂ ਨੇ ਜੀ ਮੈਨੂੰ ਭਰਮਾ ਲਿਆ ਸੀ, ਤੈਨੂੰ 15 ਦਿਨਾਂ 'ਚ ਗੱਡੀ ਸਿਖਾ ਦਿਆਂਗੇ, ਕਰ ਦਿਆਂਗੇ। ਮੈਂ ਜੀ ਵੈਸੇ ਮਹੀਨੇ 'ਚ ਮੈਂ ਟੈਕਸੀ ਸਿੱਖ ਲਈ ਸੀ ਚਲਾਉਣੀ। ਅੱਛਾ ਜੀ। ਰਾਤ ਦੇ 11 ਵਜੇ ਜਦੋਂ ਮੁੜਦੇ ਚਲਾ ਕੇ, ਉਦੋਂ ਮੈਨੂੰ ਫੜਾ ਦਿਆ ਕਰਨ, ਹੁਣ ਤੂੰ ਲੈ ਕੇ ਚੱਲ। ਅੱਛਾ ਜੀ। ਹੁਣ ਤੂੰ ਸਿੱਧਾ ਸਟੀਅਰਿੰਗ ਕਰਨਾ ਸਿੱਖ, ਫਿਰ ਹੁਣ ਤੂੰ ਗੇਅਰ ਲਾਉਣਾ ਸਿੱਖ। ਉਹ ਹੌਲੀ ਹੌਲੀ ਮੈਨੂੰ ਉਹਨਾਂ ਨੇ ਟੈਕਸੀ 'ਚ ਲਾ ਲਿਆ। ਮੈਂ 3 ਮਹੀਨਿਆਂ ਬਾਅਦ ਮੈਂ ਟੈਕਸੀ ਚਲਾਉਣ ਲੱਗ ਗਿਆ ਉੱਥੇ। ਲਾਇਸੈਂਸ ਮੇਰਾ ਉੱਥੇ ਬਣਵਾਤਾ। ਜਾਣੀ ਮੈਂ ਸਮਝ ਲਓ ਵੀ ਉਹਨਾਂ ਦੇ ਵਿੱਚ ਫਿਰ ਮੇਰੇ ਬਾਰੇ ਉਹਨਾਂ ਨੇ ਇਹ ਭੱਜਿਆ, ਕੋਈ ਮੈਂ ਸਕੂਲ 'ਚੋਂ ਭੱਜਿਆ, ਇਹਨੂੰ ਕੁਛ ਕੀਤਾ ਹੋਊ, ਐਂ ਕੀਤਾ ਹੋਊ ਕਰਦੇ ਹੋਏ। ਤੇ ਲੇਕਿਨ ਮੈਨੂੰ ਇੱਕ ਉੱਥੇ ਸਿਆਣਾ ਬੰਦਾ ਮਿਲਿਆ, ਉਮਰ ਦਾ ਸੀਗਾ ਡਰਾਈਵਰ, ਬਜ਼ੁਰਗ ਟਾਈਪ। ਮੈਨੂੰ ਕਹਿੰਦਾ ਵੀ ਮੈਨੂੰ ਤੇਰੇ ਬਾਰੇ ਸਾਰਾ ਪਤਾ ਲੱਗ ਗਿਆ, ਵੀ ਤੂੰ ਮਾਸਟਰੀ ਛੱਡ ਕੇ ਇੱਧਰ ਆਇਆ, ਹੁਣ ਆ ਤਾਂ ਗਿਆ ਤੇ ਕੁਛ ਬਣੇ ਬਿਨਾਂ ਮੁੜੀ ਨਾ। ਅੱਛਾ। ਜੋ ਮਰਜ਼ੀ ਤੈਨੂੰ ਆਖੀ ਜਾਣ, ਇਹ ਜੋ ਮਰਜ਼ੀ ਤੈਨੂੰ ਟਰੋਲ ਕਰੀ ਜਾਣ, ਤੂੰ ਇਹਨਾਂ ਦਾ ਜਵਾਬ ਨਹੀਂ ਦੇਣਾ। ਵਾਹ। ਬਸ ਚੁੱਪ ਕਰਕੇ ਕੰਨਾਂ 'ਚ ਖੜਾ ਤੇਲ ਪਾ ਲਾ, ਆਪਣਾ ਕੰਮ ਕਰ ਤੇ ਇੱਧਰ ਨਿਗਾਹ ਰੱਖ ਤੇ ਮੁੜਨਾ ਨਹੀਂ ਹੈ। ਬਸ ਵਾਪਸ ਜਾਏਗਾ ਤੇ ਉਧਰੋਂ ਵੀ ਗਿਆ, ਇੱਧਰੋਂ ਵੀ ਗਿਆ। ਤੇ ਉਸ ਨੇ ਮੈਨੂੰ ਮੈਂ ਉਹਦੀ ਗੱਲ ਨਾਲ ਪੱਲੇ ਬੰਨ ਲਈ। ਮੈਂ 1.5 ਸਾਲ 2 ਸਾਲ 3 ਸਾਲ ਬਿਲਕੁਲ ਕੰਨਾਂ 'ਚ ਕੜਾ ਤੇਲ ਪਾ ਲਿਆ। ਮੈਂ ਕਿਹਾ ਵੀ ਜੋ ਮਰਜ਼ੀ ਕਹੀ ਜਾਣ। ਫਿਰ ਪਹਿਲਾਂ ਤਾਂ ਮੈਨੂੰ ਉਹ ਟੀਚਰਾਂ ਟੂਚਾਂ ਕਰਦੇ ਰਹੇ, ਉਹ ਮਾਸਟਰ ਤੇਰੇ ਤਾਂ ਰੇਡੀਏਟਰ 'ਚ ਗਰੀਸ ਦੇਣ ਵਾਲਾ ਹੈ, ਹਾਲਾਂਕਿ ਉੱਥੇ ਪਾਣੀ ਪੈਂਦਾ ਹੈ। ਮੈਨੂੰ ਹੈ ਤੂੰ ਚੱਕਿਆਂ 'ਚ ਤੇਰੀ ਹਵਾ ਨਹੀਂ ਤੂੰ ਚੈੱਕ ਕਰਾਈ, ਇਹਦੇ 'ਚ ਐਂ ਕਰਾਉਣਾ ਸੀ। ਮੈਨੂੰ ਉਲਟੀ ਸਮਝਾਉਣਾ ਉਹਨਾਂ ਨੇ। ਮੈਂ ਸੁਣੀ ਗਿਆ। ਹੌਲੀ ਹੌਲੀ ਜਦੋਂ ਮੈਨੂੰ ਸਾਰਾ ਹੀ ਉਹਨਾਂ ਦਾ ਗਿਆਨ ਆ ਗਿਆ। ਅੱਛਾ ਕਈ ਵਾਰੀ ਅਨਪੜ੍ਹ ਜਿਹੜੇ ਬੰਦੇ ਨੇ ਇਸ ਕੰਮ 'ਚ, ਉਹ ਪੜ੍ਹਿਆ ਲਿਖਣ ਨਾਲੋਂ ਜ਼ਿਆਦਾ ਤੇਜ਼ ਹੈਗੇ ਆ। ਤੇ ਅਸੀਂ ਕਈ ਵਾਰੀ ਸੋਚਣਾ, ਬੜਾ ਕੁਝ ਸੋਚਣਾ, ਉਹਨਾਂ ਨੇ ਉਦੋਂ ਨੂੰ ਕਰ ਦੇਣਾ। ਅਸੀਂ ਆਇਆ ਨਾ ਹੋ ਜੇ, ਐ ਨਾ ਹੋ ਜੇ। ਲੇਕਿਨ ਫਿਰ ਜਦੋਂ ਮੈਂ ਐਕਸਪਰਟ ਹੋ ਗਿਆ, ਉਹਨਾਂ ਵਾਂਗੂ ਡਰਾਈਵਰੀ ਕਰਨ ਲੱਗ ਗਿਆ, ਟੈਕਸੀ ਚਲਾਉਣ ਲੱਗ ਗਿਆ, ਟੈਕਸੀ ਛੱਡ ਕੇ ਟਰੱਕ ਵੱਲ ਆ ਗਿਆ। ਫਿਰ ਉਹਨਾਂ ਨੂੰ ਮਹਿਸੂਸ ਹੋਇਆ ਵੀ ਯਾਰ ਆ ਚਲਾਣ ਜਾ ਆਇਆ। ਮੈਂ ਦੱਸੀ ਕੀ ਆਇਆ ਹੈ ਯਾਰ, ਆਪਾਂ ਉੱਥੇ DTO ਕੋਲੇ ਜਾਣਾ ਸੀ, ਸਾਡੇ ਨਾਲ ਚੱਲੇਗਾ। ਫਿਰ ਤੁਹਾਡੀ ਪੜ੍ਹਾਈ ਦੀ ਉਹਨਾਂ ਨੂੰ ਪਤਾ ਲੱਗੀ, ਫਿਰ ਮੇਰੀ ਪੜ੍ਹਾਈ ਦੀ ਕਦਰ ਫਿਰ ਸ਼ੁਰੂ ਹੋ ਗਈ। ਯਾਰ ਉਹ RTA ਦੇ ਆਪਾਂ ਜਾਣਾ, ਸਾਡੇ ਨਾਲ ਚੱਲਣੀ, ਤਾਂ ਅਸੀਂ ਗੱਲ ਕਰਾਂਗੇ, ਤੂੰ ਗੱਲ ਕਰੀ, ਅਸੀਂ ਪਿੱਛੇ। ਫਿਰ ਉਹਨਾਂ ਨੂੰ ਪਤਾ ਲੱਗਿਆ, ਫਿਰ ਉਹਨਾਂ ਨੂੰ ਮਹਿਸੂਸ ਹੋ ਗਿਆ ਵੀ ਨਹੀਂ, ਇਹਦੀ ਸਾਨੂੰ ਲੋੜ ਹੈ। ਵਾਹ। ਜਿੱਦਾਂ ਹੈ ਨਾ, ਮੈਂ ਤੁਹਾਡੀ ਗੱਲ ਰੋਕ ਰਹੀ ਹਾਂ, ਤੁਹਾਡੀ ਪਿਛੋਕੜ ਸੁਣਿਆ, ਤੁਹਾਡੀ ਪੜ੍ਹਾਈ ਸੁਣੀ, ਤੁਹਾਡੇ ਟੈਕਸੀ ਤੋਂ ਟਰੱਕ ਡਰਾਈਵਿੰਗ ਵੱਲ ਤੁਸੀਂ ਜਾਣਾ, ਟੀਚਿੰਗ ਛੱਡ ਦੇਣੀ। ਪਰ ਇਸ ਦਰਮਿਆਨ ਪੂਰੇ ਪੀਰੀਅਡ ਦੇ ਦੌਰਾਨ ਤੁਹਾਡੇ ਹੱਥ 'ਚ ਕਲਮ ਕਦੋਂ ਆਉਂਦੀ ਆ? ਕਦੋਂ ਲਿਖਣ ਦਾ ਸਫ਼ਰ ਸ਼ੁਰੂ ਹੁੰਦਾ? ਕਿ ਮਨ ਸ਼ੁਰੂ ਤੋਂ ਕਰਦਾ ਸੀ, ਵੇਲ ਨਹੀਂ ਮਿਲਿਆ, ਬੱਚਿਆਂ ਨੂੰ ਪੜ੍ਹਾਉਣ 'ਚ ਬਿਜ਼ੀ ਰਹੇ, ਜਾਂ ਫਿਰ ਡਰਾਈਵਰੀ ਨੇ ਇੰਨਾ ਅਸਰ ਪਾਇਆ? ਨਹੀਂ, ਇਸ ਤਰ੍ਹਾਂ ਨਹੀਂ ਹੋਇਆ। ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀ,
ਸਾਹਿਤ ਪੜ੍ਹਨ ਦਾ ਸ਼ੌਕ ਤਾਂ ਸੀ ਮੈਨੂੰ, ਜੀ ਲਿਖਣ ਵੱਲ ਦਾ ਕੋਈ ਇਹ ਜਿਹਾ ਨਾ ਕਦੇ ਸੋਚਿਆ ਸੀ, ਨਾ ਕੋਈ ਸੁਪਨਾ ਲਿਆ ਸੀ ਮੈਂ ਕਦੇ ਵੀ। ਸਾਹਿਤ ਪੜ੍ਹਨ ਦਾ ਸ਼ੌਕ ਬਹੁਤ ਸੀ। 10ਵੀਂ ਤੋਂ ਹੀ ਮੈਂ ਪੜ੍ਹਦਾ ਸੀ, ਜਿਹੜੇ ਸਾਡੇ ਪਹਿਲਾਂ ਵੱਡੇ ਲੇਖਕ ਨੇ, ਜਸਵੰਤ ਸਿੰਘ ਕੰਵਲ ਨੇ, ਹੋਰ ਨੇ, ਗੁਰਦਿਆਲ ਸਿੰਘ ਨੇ, ਇਹਨਾਂ ਨੂੰ ਪੜ੍ਹਦਾ ਰਹਿੰਦਾ ਸੀ ਜੀ। ਪਰ ਉੱਥੇ ਜਦੋਂ ਮੈਂ ਇੱਕ ਟਰੱਕ ਬਣਾ ਲਿਆ ਆਪਣਾ, 2 ਟਰੱਕ ਬਣਾ ਲਏ ਜੀ, ਫਿਰ ਲੋੜ ਪਈ ਮੈਂ ਉਹਨਾਂ ਦੇ ਪਿੱਛੇ ਰਹਿ ਕੇ ਕੰਮ ਕਰਨ ਦੀ। ਕੋਈ ਤੋਂ ਲੋਡ ਕਰਾਉਣਾ ਹੈ, ਕਿਸੇ ਟਰਾਂਸਪੋਰਟ ਤੇ ਜਾ ਕੇ ਬਿਲਟੀ ਲਿਆਉਣੀ ਹੈ, ਕੋਈ ਜਾ ਕੇ ਉੱਥੋਂ ਬਿੱਲ ਬਣਾ ਕੇ ਲਿਆਉਣੇ ਆ, ਤੇ ਉਹ ਸਾਰੇ ਇੱਕ ਲੋਡ ਕਰਕੇ ਫਿਰ ਮੈਨੂੰ ਵੇਲ ਮਿਲਣ ਲੱਗੀ। ਜਦੋਂ ਵੇਲ ਮਿਲਦੀ ਸੀਗੀ ਤਾਂ ਉੱਤੇ ਸਾਡੇ ਨਾ ਇੱਕ ਕਲਕੱਤੇ ਹੈ, ਤਾਂ ਉਹਦਾ ਨਾਂ ਅਸਲੀ ਨਾਂ ਜਾਦੂ ਬਾਬੂ ਬਾਜ਼ਾਰ ਹੈ ਜੀ, ਪਰ ਸਾਡੇ ਡਰਾਈਵਰਾਂ ਤੇ ਪੰਜਾਬੀਆਂ ਨੇ ਉਹਨੂੰ ਜੱਗੂ ਬਾਜ਼ਾਰ ਬਣਾ ਲਿਆ, ਉਹਦਾ ਨਾਮ ਸੌਖਾ ਸੀਗਾ। ਉਹ ਜੱਗੂ ਬਾਜ਼ਾਰ ਦੇ ਵਿੱਚ ਨਾ ਇੱਕ ਚੁਰਸਤਾ ਪੈਂਦਾ ਹੈ ਜੀ, ਉੱਥੇ ਇੱਕ ਪਾਸੇ ਸਾਡੇ ਪੰਜਾਬੀ ਅਖਬਾਰ ਜਾਣੀ ਕਲਕੱਤੇ 2 ਡੇਲੀ ਪੰਜਾਬੀ ਅਖਬਾਰ ਛਪਦੇ ਸੀ, ਤੁਸੀਂ ਦੇਖੋ ਉਹਨਾਂ ਦਿਨਾਂ 'ਚ। ਅੱਜ ਉਹ ਬੰਦ ਹੋਏ ਹੋਏ ਨੇ ਜੀ। ਉੱਥੇ ਪੰਜਾਬੀ ਰਸਾਲੇ ਆਉਂਦੇ ਹੁੰਦੇ ਸੀ, ਚੌਂਕ ਦੇ ਵਿੱਚ ਇੱਕ ਅਖਬਾਰ ਵੇਚਦਾ ਸੀ ਨਾ ਜਿਹੜਾ, ਉਹ ਪ੍ਰੀਤ ਲੜੀ, ਨਾਗਮਣੀ ਤੇ ਅਜੀਤ, ਟ੍ਰਿਬਿਊਨ, ਸਾਰੇ ਅਖਬਾਰ ਉੱਥੇ ਆਉਂਦੇ ਸੀ, ਤੇ ਮੈਂ ਉਹ ਬੈਠਾ ਪੜ੍ਹਨ ਲੱਗ ਜਾਂਦਾ ਹੁੰਦਾ ਸੀ ਜਦੋਂ ਟਾਈਮ ਹੁੰਦਾ ਸੀ ਵੀ ਚੱਲ ਮੈਂ ਉੱਥੋਂ ਚੁੱਕ ਲਿਆ, ਉਹਨੇ ਪੜ੍ਹਨ। ਇੱਕ ਦਿਨ ਮੈਂ ਉੱਥੇ ਬੈਠਾ ਤੇ ਸੱਜਰੀ ਪੈਡ ਮੈਗਜ਼ੀਨ ਪਿਆ ਹੋਇਆ ਸੀ। ਮੈਂ ਦੇਖਿਆ ਉੱਥੇ ਉਹਦਾ ਐਡਰੈਸ ਲਿਖਿਆ ਹੋਇਆ ਵੀ ਇਹ ਕਲਕੱਤੇ ਤੋਂ ਛਪਦਾ ਹੈ, ਸੱਜਰੀ ਪੈਡ। ਮੈਂ ਜਦੋਂ ਐਡਰੈਸ ਪੜਿਆ, ਮੈਂ ਕਿਹਾ ਇਸ ਗਲੀ ਵਿੱਚ ਦੀ ਤਾਂ ਮੈਂ ਰੋਜ਼ ਜਾਂਦਾ ਗਾ, ਮੇਰਾ ਘਰ ਹੈ। ਮੈਨੂੰ ਪਤਾ ਨਹੀਂ, ਮੈਂ ਉਹਦੇ ਵਿੱਚ ਲੰਘ ਕੇ ਜਾਂਦਾ ਸੀ। ਅੱਛਾ ਜੀ। ਜਾਣੀ ਜਿੱਥੇ ਉਹਨੇ ਲਿਖਿਆ ਸੀ ਵੀ ਇੱਥੇ ਸਾਡਾ ਦਫ਼ਤਰ ਹੈ, ਮੈਂ ਕਿਹਾ, ਮੈਂ ਨਾਲ ਹੀ ਸੀ, ਮੈਂ ਕਿਹਾ ਵੀ ਇੱਥੋਂ ਜੇ ਮੈਂ ਲੰਘ ਕੇ ਜਾਂਦਾ ਅੱਗੇ, ਤੇ ਮੈਂ ਉਹ ਐਡਰੈਸ ਦੇ ਨਾਲ ਤੇ ਜੋ ਦੇਖਿਆ ਤੇ ਉੱਥੇ ਗਾਂ ਬੋਰਡ ਲੱਗਾ ਹੋਇਆ ਹੋਮਿਓਪੈਥੀ ਦੇ ਡਾਕਟਰ ਦਾ। ਜੋ ਉਹਦਾ ਡਾਕਟਰ ਸੁਖਵੰਤ ਸਿੰਘ ਨਾਂ ਸੀ। ਅੱਛਾ, ਮੈਨੂੰ ਮੈਂ ਝਕਦਾ ਜਾਂ ਅੰਦਰ ਚਲਾ ਗਿਆ, 2-3 ਮਰੀਜ਼ ਬੈਠੇ, ਬਹਿ ਗਿਆ, ਮੈਂ ਜਦੋਂ ਮੇਰੀ ਵਾਰੀ ਆਈ, ਕਹਿੰਦਾ ਹਾਂਜੀ ਕੀ ਤਕਲੀਫ ਹੈ ਦੱਸੋ। ਮੈਂ ਕਿਹਾ ਤਕਲੀਫ ਨਹੀਂ ਸੀ, ਆ ਮੈਗਜ਼ੀਨ। ਕਹਿੰਦਾ ਹਾਂ ਅਸੀਂ ਕੱਢਦੇ ਹਾਂ। ਮੈਂ ਕਹਿੰਦਾ ਤੂੰ, ਮੈਂ ਕਿਹਾ ਮੈਂ ਤਾਂ ਡਰਾਈਵਰ ਹੈ, ਤੇ ਕਹਿੰਦਾ ਕੀ ਕਰਦਾ, ਮੈਂ ਕਿਹਾ ਮੈਨੂੰ ਪੜ੍ਹਨ ਦਾ ਸ਼ੌਕ ਹੈ। ਕਹਿੰਦਾ ਆਇਆ ਕਰ ਸਾਡੇ ਉੱਥੇ ਜੀ, ਖਾਲਸਾ ਸਕੂਲ ਹੈ ਉੱਥੇ, ਉਹਦੇ 'ਚ ਸਾਡੀ ਮੀਟਿੰਗ ਹੋਏਗੀ, ਐਤਵਾਰ ਹੋਣੀ ਹੈ, ਤੂੰ ਆਈ, ਜ਼ਰੂਰ ਆਈ ਜੀ। ਤੇ ਉਸ 'ਚੋਂ ਮੈਂ ਜਾਣੀ ਇੱਕ ਜ਼ਿੰਦਗੀ ਮੋੜ ਕੱਟਦੀ ਹੈ, ਸਮਝੋ ਤੁਸੀਂ ਉੱਥੇ। ਵਾਹ। ਉਸ ਮੀਟਿੰਗ 'ਚ ਉਹ ਕਹਿੰਦੇ ਵੀ ਜਦੋਂ ਅਗਲੀ ਵਾਰੀ ਆਇਆ ਨਾ, ਤੂੰ ਕੁਝ ਸੁਣਾਉਣਾ ਹੈ। ਅੱਛਾ ਜੀ। ਤੁਸੀਂ ਦੇਖੋ, ਮੈਂ ਸੋਚਦਾ ਰਿਹਾ, ਮਹੀਨੇ ਬਾਅਦ ਕਰਦੇ ਸੀ ਮੀਟਿੰਗ। ਮੈਂ ਕਿਹਾ ਵੀ ਮੈਂ ਉਹਨਾਂ ਨੂੰ ਕੀ ਸੁਣਾਊਂਗਾ, ਕਵਿਤਾ ਮੈਂ ਲਿਖਦਾ ਨਹੀਂ, ਮੈਨੂੰ ਆਉਂਦੀ ਨਹੀਂ, ਹੋਰ ਮੈਂ ਕੋਈ ਕਰਦਾ। ਮੈਂ ਸੋਚ ਕੇ ਨਾ ਇੱਕ ਕਹਾਣੀ ਲਿਖ ਲਈ। ਤੁਸੀਂ ਦੇਖੋ ਉਹਦੀ ਕਹਾਣੀ ਇੱਕ ਬੜੀ ਜ਼ਬਰਦਸਤ ਹੈ ਜੀ। ਮੈਂ ਕਹਾਣੀ ਲਿਖ ਕੇ ਲੈ ਗਿਆ, ਤੇ ਉਹ ਕਹਾਣੀ ਮੈਨੂੰ ਇੱਕ ਬੈਂਕ ਵਿੱਚ ਬੰਦਾ ਲੱਗਿਆ ਸੀਗਾ, ਉਹਦਾ ਨਾਂ ਮੈਂ ਨਹੀਂ ਲੈਂਦਾ ਇੱਥੇ। ਉਹ ਮੈਨੂੰ ਕਹਿੰਦਾ ਤੂੰ ਮੈਨੂੰ ਇਹ ਕਹਾਣੀ ਦੇ ਦੇ। ਜਦੋਂ ਮੈਂ ਉੱਥੇ ਪੜ੍ਹੀ, ਪਹਿਲਾਂ ਤਾਂ ਉਹਨੂੰ ਪੜ੍ਹਨ ਨੂੰ ਦੱਸਿਆ, ਉਹ ਕਹਿੰਦੇ ਤੂੰ ਐਂ ਨਹੀਂ ਪੜ੍ਹੀ ਦੀ ਹੁੰਦੀ, ਤੂੰ ਐਂ ਪੜ੍ਹਦਾ, ਤੂੰ ਐਂ ਪੜ੍ਹ, ਤੂੰ ਐਂ ਪੜ੍ਹਿਆ ਕਰ, ਐਂ ਪੜ੍ਹਿਆ ਕਰ। ਅੱਛਾ, ਉਹ ਮੈਨੂੰ, ਮੈਂ ਕਿਹਾ ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਮੈਂ ਉਵੇਂ ਪੜ੍ਹ ਦਿੰਦਾ। ਉਹ ਕਹਿੰਦਾ ਮੈਨੂੰ ਦੇ, ਮੈਂ ਇਹਨੂੰ ਅਜੀਤ 'ਚ ਛਪਾਊਂਗਾ। ਤੇ ਮੈਂ ਉਹ ਕਹਾਣੀ ਦੇਤੀ ਉਹਨੂੰ। ਅੱਛਾ, ਉਹ ਜੀ ਮੈਂ ਹਰ ਐਤਵਾਰ ਜਾ ਕੇ ਬਹਿ ਜਾ ਕਰਾਂ ਚੌਂਕ 'ਚ। ਮੈਂ ਕਿਹਾ ਇਸ ਐਤਵਾਰ ਤਾਂ ਅਜੀਤ 'ਚ ਆਊਗੀ ਮੇਰੀ ਕਹਾਣੀ, ਹਰ ਐਤਵਾਰ ਬਹਿ ਜਾ ਕਰਾਂ। ਕਹਾਣੀ ਉਹ ਭੇਜੂ ਤਾਂ ਆਊ। ਅੱਛਾ, ਜਿਹੜੀ ਤੁਹਾਡੀਆਂ ਪਹਿਲੀਆਂ ਰਚਨਾਵਾਂ ਉਹ ਰਾਹ 'ਚ ਹੀ ਗਵਾਚਣ ਲੱਗੀਆਂ। ਨਹੀਂ, ਮੈਂ ਉਹਨੂੰ ਬਾਰ-ਬਾਰ ਪੁੱਛਿਆ ਉਹ ਬੈਂਕ 'ਚ, ਉਹ ਮੈਂ ਕਿਹਾ ਯਾਰ ਕਹਾਣੀ ਨਹੀਂ ਆਈ। ਕਹਿੰਦਾ ਮੈਂ ਤਾਂ ਉਹਨੂੰ ਭੇਜਤੀ ਸੀ। ਮੈਂ ਕਿਹਨੂੰ ਭੇਜੀ ਸੀ? ਕਹਿੰਦਾ ਪ੍ਰੇਮ ਗੋਰਖੀ ਨੂੰ, ਉਹ ਸਾਡਾ ਕਹਾਣੀਕਾਰ ਸੀ, ਮੈਂ ਜਾਣਦਾ। ਮੈਂ ਉਹਨੂੰ ਕਾਰਡ ਪਾਤਾ 5, ਉਦੋਂ ਕਾਰਡ ਹੀ ਛੋਟੇ ਜਿਹੇ। ਮੈਂ ਕਿਹਾ ਮੇਰੀ ਕਹਾਣੀ ਇਕਾਈ ਹੋਈ ਸੀ, ਭੇਜੀ ਸੀ ਇਸ ਬੰਦੇ ਨੇ ਤੇਰੇ ਕੋਲੇ। ਉਹਦਾ ਮੈਨੂੰ ਜਵਾਬ ਆਇਆ, ਕਹਿੰਦਾ ਮੇਰੇ ਕੋਲ ਤਾਂ ਕੋਈ ਕਹਾਣੀ ਨਹੀਂ ਭੇਜੀ, ਮੇਰੇ ਕੋਲ ਤਾਂ ਆਈ ਨਹੀਂ। ਮੈਂ ਫਿਰ ਦੁਬਾਰਾ ਚੇਤੇ ਕਰਕੇ ਵੀ ਕੀ ਮੈਂ ਜਗ੍ਹਾ ਸੀ ਚੇਤੇ। ਹੁਣ ਦੂਜੀ ਵਾਰੀ ਮੈਨੂੰ ਅਜੇ ਵੀ ਯਾਦ ਹੈ, ਜਿਹੜੀ ਮੈਂ ਪਹਿਲੀ ਕਹਾਣੀ ਗੁਆਚੀ ਹੈ ਉਹ ਜ਼ਿਆਦਾ ਵਧੀਆ ਸੀ। ਦੂਜੀ ਕਹਾਣੀ ਮੈਨੂੰ ਚੇਤੇ ਕਰਕੇ ਲਿਖੀ, ਜ਼ਿਆਦਾ ਔਖੀ ਸੀ। ਮਤਲਬ ਸਭ ਤੋਂ ਪਹਿਲਾਂ ਤੁਸੀਂ ਜੋ ਲਿਖਿਆ ਉਹ ਇੱਕ ਕਹਾਣੀ ਲਿਖੀ, ਔਰ ਕਿਸੇ ਦੇ ਕਹਿਣ ਦੇ ਉੱਤੇ ਲਿਖੀ। ਇਹ ਬੜੀ ਵੱਡੀ ਗੱਲ ਹੈ। ਇੱਕ ਐਡੇ ਉੱਗੇ ਲੇਖਕ ਕਹਿ ਰਹੇ ਕਿ ਮੈਨੂੰ ਤਾਂ ਲਿਖਣਾ ਹੀ ਨਹੀਂ ਆਉਂਦਾ ਸੀ, ਮੈਨੂੰ ਤਾਂ ਕਿਸੇ ਨੇ ਕਿਹਾ ਲਿਖ, ਤੇ ਫਿਰ ਮੈਂ ਲਿਖਿਆ, ਔਰ ਇਹਨਾਂ ਦੀ ਲੇਖਣੀ ਨੇ ਵਾਕਈ ਕਮਾਲ ਕਰ ਦਿੱਤੀ। ਇੱਕ ਮੈਂ ਇਹਦੀ ਕਲਾਈਮੈਕਸ ਦੱਸਦਾ ਤੁਹਾਨੂੰ। ਹਾਂਜੀ। ਉਹ ਮੈਂ ਯਾਦ ਕਰਕੇ ਕਹਾਣੀ, ਉੱਥੋਂ ਨਾਗਮਣੀ ਮੈਗਜ਼ੀਨ ਪਿਆ ਸੀਗਾ ਚੌਂਕ 'ਚ, ਉੱਥੋਂ ਐਡਰੈਸ ਲੈ ਕੇ ਮੈਂ ਅੰਮ੍ਰਿਤਾ ਪ੍ਰੀਤ ਨੂੰ ਦਿੱਲੀ ਭੇਜਤੀ। ਅੱਛਾ ਜੀ। ਤੁਸੀਂ ਦੇਖੋ ਕਿੱਥੇ ਨਾਗਮਣੀ, ਕਿੱਥੇ ਮੈਂ। ਤੇ 10 ਦਿਨਾਂ ਬਾਅਦ ਉਹਦਾ ਖਤ ਆਇਆ, ਅਜੇ ਮੇਰੇ ਕੋਲ ਸਾਂਭਿਆ ਹੋਇਆ ਹੈ, ਵੀ ਕਹਾਣੀ ਮੈਨੂੰ ਚੰਗੀ ਲੱਗੀ ਆ, ਅਗਲੇ ਅੰਕ ਵਿੱਚ ਛਾਪੂੰਗੀ, ਆਪਣੀ ਫੋਟੋ ਭੇਜ, ਨਾਲ ਸਕੈਚ ਜਾਊਗਾ ਤੇਰਾ। ਵਾਹ, ਮੈਂ ਨਾ ਗੱਲ ਤੁਹਾਡੀ ਰੋਕ ਰਹੀ ਹਾਂ ਕਿਉਂਕਿ ਇਹ ਗੱਲ ਮੈਂ ਪੂਰੀ ਆਰਾਮ ਨਾਲ ਸੁਣਨਾ ਚਾਹੁੰਦੀ ਹਾਂ। ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਨਾ ਗੀਤ ਦਾ ਟਾਈਮ ਹੋ ਗਿਆ, ਸੋ ਅੰਮ੍ਰਿਤਾ ਪ੍ਰੀਤਮ ਹੁਣਾਂ ਦੀ ਗੱਲ ਗੀਤ ਜ਼ਿਆਦਾ ਇੰਟਰਸਟਿੰਗ ਹੋ ਇਦੋਂ।
ਆਪਣੇ ਗੱਲਾਂ ਨਹੀਂ ਗੀਤ ਤੁਹਾਡੀਆਂ ਗੱਲਾਂ ਤੋਂ ਜ਼ਿਆਦਾ ਇੰਟਰਸਟਿਡ ਤਾਂ ਨਹੀਂ ਹੈਗਾ, ਪਰ ਫਿਰ ਸਾਡੇ ਕਈ ਦਰਸ਼ਕ ਕਹਿੰਦੇ ਨੇ ਗਾਣਾ ਵੀ ਸੁਣਾ ਦਿਆ ਆ ਜਾਓ, ਆ ਜਾਓ, ਸੁਣਾਓ। ਆਓ ਦੇਖਦੇ ਹਾਂ ਗੀਤ। ਆਮ ਗੱਲਾਂ ਤੇ ਗੀਤ ਤੁਸੀਂ ਦੇਖ ਰਹੇ ਹੋ। ਸਾਡੇ ਨਾਲ ਹਨ ਅੱਜ ਬਲਦੀਪ ਸਿੰਘ ਸੜਕਨਾਮਾ। ਇਹਨਾਂ ਨੇ ਇੰਨਾ ਵਧੀਆ ਲਿਖਿਆ, ਇੰਨਾ ਮਕਬੂਲ ਹੋਇਆ, ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਅਨੁਵਾਦ ਵੀ ਹੋਇਆ। ਔਰ ਗੀਤ ਤੋਂ ਪਹਿਲਾਂ ਮੈਂ ਥੋੜੀ ਗੱਲ ਰੋਕੀ ਸੀ, ਅੰਮ੍ਰਿਤਾ ਪ੍ਰੀਤਮ ਹੁਣਾ ਵਾਲੀ, ਨਾਗਮਣੀ ਵਾਲੀ, ਸ਼ਾਇਦ ਇਹ ਉਹੀ ਨਾਗਮਣੀ ਹੈ ਜਿਹੜੀ ਸੜਕਨਾਮੇ ਨੂੰ ਜਨਮ ਦਿੰਦੀ ਹੈ। ਬਿਲਕੁਲ ਬਿਲਕੁਲ, ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜੇ ਨਾਗਮਣੀ ਨਾ ਹੁੰਦੀ ਤੇ ਮੈਂ ਅੱਜ ਇੱਥੇ ਇਸ ਤਰ੍ਹਾਂ ਨਾ ਬੈਠਾ ਹੁੰਦਾ ਇਸ ਦੇ ਵਿੱਚ। ਉਸ ਇੱਕ ਵਾਰੀ ਇਸ ਤਰ੍ਹਾਂ ਹੋਇਆ ਜੀ ਵੀ ਜਦੋਂ ਉਹ ਕਹਾਣੀ ਤਾਂ ਛਪ ਗਈ ਉਹਦੇ 'ਚ, ਠੀਕ ਹੈ। ਇੱਕ ਵਾਰੀ ਮੈਂ ਜਿਹੜਾ ਅਸੀਂ ਭੋਗਦੇ ਸੀ ਸੜਕਾਂ ਦੇ ਉੱਤੇ, ਢਾਬਿਆਂ 'ਤੇ ਜਾਂ ਜਿੱਥੇ ਗੱਡੀਆਂ ਲੋਡ ਕਰਦੇ ਆ ਉਹਨਾਂ ਡਿਪੂਆਂ ਦੇ ਵਿੱਚ, ਜਿਹੜਾ ਕੁਝ ਸਾਡੇ ਨਾਲ ਵਾਪਰਦਾ ਸੀ ਹੁੰਦਾ ਸੀ, ਮੈਂ ਉਹ ਇੱਕ ਲੇਖ ਲਿਖ ਕੇ ਨਾ ਨਾਗਮਣੀ ਨੂੰ ਭੇਜਤਾ ਜੀ। ਤੇ ਉਹ ਫਿਰ ਉਹੀ ਖਤ ਆ ਗਿਆ ਵੀ ਮੈਨੂੰ ਤਾਂ ਇਹ ਬਹੁਤ ਅੱਛਾ ਲੱਗਿਆ ਜੀ, ਮੈਂ ਛਾਪ ਰਹੀ ਹਾਂ। ਮੈਂ ਜੋਸ਼ 'ਚ ਆ ਕੇ ਇੱਕ ਹੋਰ ਲਿਖ ਕੇ ਭੇਜਤਾ 10-15 ਦਿਨਾਂ ਬਾਅਦ, ਤੇ ਉਹ ਅਗਲੇ ਮਹੀਨੇ 'ਚ ਫਿਰ ਛਪ ਗਿਆ। ਵਾਹ। ਮੈਂ ਇੱਕ ਹੋਰ ਲਿਖ ਕੇ ਭੇਜ ਦਿੱਤਾ, ਕਿਉਂਕਿ ਮੇਰਾ ਅਨੁਭਵ ਸੀ ਉਹ ਤਾਂ ਮੇਰੇ ਸਾਡੀ ਲਾਈਫ ਅਸੀਂ ਜਿਉਂਦੇ ਸੀ ਉਹ ਲਾਈਫ ਤਾਂ। ਬਿਲਕੁਲ ਬਿਲਕੁਲ। ਉਹ ਉਹਨਾਂ ਵਾਸਤੇ ਇੱਕ ਜਾਂ ਪਾਠਕਾਂ ਵਾਸਤੇ ਉਹ ਇੱਕ ਉਹਨਾਂ ਨੂੰ ਵਾਸਤੇ ਬਿਲਕੁਲ ਇੱਕ ਨਵੀਂ ਗੱਲ ਸੀ ਵੀ ਇਹ ਸੜਕਨਾਮਾ। ਉਹ ਸੜਕਨਾਮਾ ਤਾਂ ਬਾਅਦ 'ਚ ਨਾਂ ਪੈਂਦਾ, ਤੁਸੀਂ ਦੇਖੋ। ਮੈਨੂੰ ਅੰਮ੍ਰਿਤਾ ਪ੍ਰੀਤਮ ਦਾ ਖਾਤਾ ਆਇਆ ਵੀ ਮੈਂ ਨਹੀਂ ਜਾਣਦੀ ਵੀ ਤੂੰ ਕੌਣ ਹੈ, ਪਰ ਜੇ ਸੜਕਾਂ ਬਾਰੇ, ਟਰੱਕ ਗੱਡੀਆਂ ਬਾਰੇ ਤੁਹਾਡਾ ਅਨੁਭਵ ਹੈਗਾ ਤਾਂ ਤੁਸੀਂ ਇਹਨੂੰ ਲੜੀਵਾਰ ਕਾਲਮ ਸ਼ੁਰੂ ਕਰੋ, ਨਾਗਮਣੀ ਤੁਹਾਨੂੰ ਛਾਪੂਗੀ। ਵਾਹ। ਤੇ ਉਹ ਫਿਰ ਹਦਾਇਤਨਾਮਾ, ਸੜਕ ਖਬਰਨਾਮਾ, ਜ਼ਿੰਦਗੀਨਾਮਾ, ਮੈਂ ਕਿਹਾ ਸੜਕਨਾਮਾ, ਸੜਕਾਂ ਦੀ ਗੱਲ ਹੈ। ਵਾਹ, ਅੱਛਾ, ਸੜਕਾਂ ਦੀ ਗੱਲ ਹੈ, ਸੜਕਨਾਮਾ ਇਹਦਾ ਨਾਂ ਰੱਖ ਕੇ ਮੈਂ ਉਹਦਾ ਕਾਲਮ ਸੜਕਨਾਮਾ, ਥੱਲੇ ਆਰਟੀਕਲ ਹੋਣਾ ਉਹਦਾ। ਹੁਣ ਦੇਖੋ, ਪਤਾ ਨਹੀਂ ਹੁੰਦਾ ਵੀ
ਇਹ ਇਸ ਨਾਂ ਨੇ ਤੁਹਾਡੀ ਪਛਾਣ ਬਣਨਾ ਹੈ, ਇਸ ਨਾਂ ਨੇ ਤੁਹਾਡੇ ਨਾਲ ਜੁੜ ਜਾਣਾ ਹੈ। ਹੁਣ ਨੀਹਾਂ ਪੱਟਦੇ ਆ, ਨੀਹਾਂ ਨੂੰ ਕੀ ਪਤਾ ਵੀ ਇਹਦੇ ਉੱਤੇ ਕੀ ਉਸਰਨਾ ਹੈਗਾ। ਬਿਲਕੁਲ। ਇਹਦੇ ਤੋਂ 2 ਮੰਜ਼ਲਾ ਬਣਨਾ, 6 ਮੰਜ਼ਲਾ ਬਣਨਾ, ਨੀਹਾਂ ਦਾ ਮਤਲਬ। ਉਹ ਸੜਕਨਾਮਾ ਕਾਲਮ ਜਦੋਂ ਛਪਣ ਲੱਗਿਆ, ਉਹ ਇੰਨਾ ਪਾਪੂਲਰ ਹੋਇਆ ਪਾਠਕਾਂ ਦੇ ਵਿੱਚ। ਉਹਨੇ ਤਾਂ ਜੀ ਬਸ ਜੇ ਕਹਾਣੀ ਵੀ ਮੇਰੀ ਛਪਣੀ ਨਾਗਮਣੀ 'ਚ, ਇਹ ਕਹਾਣੀ ਕਿਹੜੇ ਬਲਦੇਵ ਦੀ ਆ? ਸੜਕਨਾਮੇ ਵਾਲੇ ਦੀ। ਅੱਛਾ ਜੀ। ਉੱਥੋਂ ਹੀ ਸ਼ੁਰੂ ਹੋ ਗਿਆ ਇਹ। ਬਸ ਉਹ ਹੁਣ ਫਿਰ ਉਹ ਅੜੇਹੇ ਵਾਲੀ ਗੱਲ ਉਹੀ ਜਿਹੜੀ ਮੈਂ ਦੱਸੀ ਸੀ, ਇਹ ਹੁਣ ਮੇਰੇ ਨਾਲੋਂ ਲੈਂਦਾ ਨਹੀਂ। ਮੈਂ ਜਿੰਨਾ ਮਰਜ਼ੀ ਜੋ ਲਾ ਲਵਾਂ, ਇਹ ਜਿੰਨਾ ਚਿਰ ਮੈਂ ਕਹਿੰਦਾ ਨਹੀਂ ਵੀ ਮੈਂ ਹਾਂ ਉਹੀ ਸੜਕਨਾਮੇ ਵਾਲਾ, ਉਹਨਾਂ ਚਿਰ ਤਸੱਲੀ ਨਹੀਂ ਹੁੰਦੀ ਫੋਨ ਸੁਣਨ ਵਾਲੇ ਦੀ ਵੀ, ਗੱਲ ਕਰਨ ਵਾਲੇ ਦੀ। ਬਿਲਕੁਲ। ਔਰ ਮੈਂ ਕਹਿੰਦੀ ਜਿਹੜਾ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦਾ ਆ ਨਾ, ਉਹਨਾਂ ਨੂੰ ਇੱਕ ਵਾਰੀ ਜ਼ਿੰਦਗੀ 'ਚ ਜੇ ਉਹਨਾਂ ਨੇ ਸੜਕਨਾਮਾ ਨਹੀਂ ਪੜ੍ਹਿਆ, ਜ਼ਰੂਰ ਪੜ੍ਹਨਾ ਚਾਹੀਦਾ। ਮੈਨੂੰ ਤਾਂ ਹੁਣ ਕਦੇ ਕਦੇ ਬਲਦੇਵ ਸਿੰਘ ਜੀ ਇੱਦਾਂ ਲੱਗਦਾ ਹੁੰਦਾ ਕਿ ਸੜਕ ਦੇ ਉੱਤੇ ਟਰੱਕ ਨਹੀਂ, ਸੜਕਨਾਮਾ ਜਾ ਰਿਹਾ। ਕੋਈ ਟਰੱਕ ਖਰਾਬ ਹੈ, ਮੈਨੂੰ ਸੜਕਨਾਮਾ ਚੇਤੇ ਆਉਂਦਾ। ਕੋਈ ਟਰੱਕ ਵਾਲਾ ਕੋਈ ਗਲਤੀ ਕਰਦਾ, ਮੈਨੂੰ ਸੜਕਨਾਮਾ ਚੇਤੇ ਆਉਂਦਾ। ਕਿਤੇ ਉਹਦੀ ਖੱਜਲ ਖੁਆਰੀ, ਉਹਦਾ ਪਰਿਵਾਰ, ਮੈਨੂੰ ਸਾਰਾ ਕੁਝ ਚੇਤੇ ਆਉਣ ਲੱਗ ਜਾਂਦਾ ਸੜਕਨਾਮਾ ਦੇ ਤੌਰ ਤੇ। ਹੁਣ ਭਾਈ ਹੈ ਉਹ ਇੰਨਾ ਜਾਣੀ ਸਮਝ ਲਓ ਵੀ ਉਸ ਸਾਰੇ ਕਿੱਤੇ ਦੇ ਨੇੜੇ ਹੋ ਕੇ ਜਾਂ ਉਹਦੇ ਵਿੱਚ ਵੜ ਕੇ ਲਿਖਿਆ ਗਿਆ। ਨਹੀਂ ਇਸ ਤਰ੍ਹਾਂ ਕਲਪਨਾ ਨਾਲ ਅਸੀਂ ਕਿਵੇਂ ਲਿਖਾਂਗੇ? ਹੁਣ ਕਲਪਨਾ ਦੀ ਗੱਲ ਦੇਖੋ ਵੀ ਸੜਕਨਾਮਾ ਪੜ੍ਹ ਕੇ ਕਿਸੇ ਨਾ ਹੋਰ ਨੇ ਸੋਚਿਆ ਹੋਣਾ ਵੀ ਇਹ ਤਾਂ ਮੈਂ ਵੀ ਲਿਖ ਸਕਦਾ, ਗੱਡੀਆਂ ਬਾਰੇ ਲਿਖਣਾ, ਟਰੱਕਾਂ ਬਾਰੇ। ਉਹਨੇ ਕਹਿੰਦਾ, ਉਹ ਫਿਰ ਗਾਂ ਲਿਖਦਾ। ਜਦੋਂ ਮੈਂ ਕਿਹਾ ਯਾਰ ਕਿਹਨੇ ਲਿਖਿਆ ਗੱਡੀਆਂ ਬਾਰੇ? ਉਹ ਕਹਿੰਦਾ ਜਿਵੇਂ ਜਦੋਂ ਮੈਂ ਕਲੱਚ ਦਬਾਇਆ ਗੱਡੀ ਹੋਰ ਤੇਜ਼ ਹੋ ਗਈ, ਜਦੋਂ ਮੈਂ ਕਲੱਚ ਦਬਾਇਆ ਗੱਡੀ ਹੋਰ। ਉਹਨੂੰ ਪਤਾ ਨਹੀਂ ਸੀ ਰੇਸ ਦਬਾ ਕੇ ਗੱਡੀ ਭੱਜਦੀ ਆ ਕਲੱਚ ਦਬਾ ਕੇ, ਉਹ ਤਾਂ ਨਿਊਟਰਲ ਹੋ ਜੂਗੀ। ਉਹ ਕਹਿੰਦਾ ਜਦੋਂ ਮੈਂ ਕਲੱਚ ਦਬਾਇਆ ਗੱਡੀ ਹੋਰ ਭੱਜ ਗਈ। ਫਿਰ ਕਈ ਵਾਰੀ ਇਸ ਤਰ੍ਹਾਂ ਹਾਸੋਣੀ ਗੱਲ, ਜਿਹੜੀ ਚੀਜ਼ ਅਸੀਂ ਅਭਿਆਸ ਨਹੀਂ ਆ, ਜਿਹੜੀ ਜਾਣਦੇ ਤੱਕ ਨਹੀਂ, ਉਹਦੇ ਬਾਰੇ ਜਦੋਂ ਲਿਖਦੇ ਆ ਫਿਰ ਉਹ ਇਸ ਤਰ੍ਹਾਂ ਹੁੰਦਾ ਹੈ। ਤਾਂ ਹੀ ਕਿਹਾ ਜਾਂਦਾ ਕਿ ਬਲਦੇਵ ਸਿੰਘ ਹੁਣੀ ਜਦੋਂ ਕੁਝ ਵੀ ਲਿਖਦੇ ਆ, ਪਹਿਲਾਂ ਉਸਦਾ ਅਨੁਭਵ ਕਰਦੇ ਆ, ਖਿਆਲੀ ਤੌਰ ਤੇ ਉਸਨੂੰ ਨਹੀਂ ਲਿਖਦੇ। ਪਰ ਤੁਸੀਂ ਜਿੰਨਾ ਕੁਝ ਵੀ ਲਿਖਿਆ, ਸਾਰਾ ਕੁਝ ਹੰਡਾਇਆ। ਕੁੱਲ ਕਿਹੜੀਆਂ ਹੋਰ ਚੀਜ਼ਾਂ ਤੁਸੀਂ ਲਿਖੀਆਂ? ਕੁੱਲ ਕਿੰਨੀਆਂ ਕਿਤਾਬਾਂ ਤੁਹਾਡੀਆਂ ਆਈਆਂ? ਕਿੰਨੀਆਂ ਭਾਸ਼ਾਵਾਂ ਦੇ ਵਿੱਚ ਤੁਸੀਂ ਅਨੁਵਾਦ ਕਰਤੇ? ਦੇਖੋ ਨਾਗਮਣੀ ਨੇ ਨਾ ਸਮਝੋ ਸਾਹਿਤ ਦੀ ਖਿੜਕੀ ਖੋਲਤੀ ਮੇਰੇ ਲਈ ਜੀ। ਇੱਕ ਵਾਰੀ ਕਿਸੇ ਨੇ ਮੈਨੂੰ ਡਰਾਈਵਰ ਨੇ ਟੀਚਰ ਕੀਤੀ ਵੀ ਤੂੰ ਕਿਉਂ ਆਪਣਾ ਇੱਥੋਂ ਫੇਲ ਹੋ ਕੇ ਜਾਏਗਾ ਕਲਕੱਤਿਓਂ, ਇਹ ਬਾਲਿਆਂ ਨੂੰ ਥੋੜਿਆਂ ਨੂੰ ਬਣਾਉਂਦਾ, ਬਾਲਿਆਂ ਨੂੰ ਪੱਟਦਾ ਇਹ, ਤੇ ਤੂੰ ਛੱਡ ਖੜਾ ਇਹ ਕਿਤਾਬਾਂ ਕਤੂਬਾਂ ਕਹਾਣੀਆਂ ਘੂਣੀਆਂ ਦਾ, ਤਾਂ ਆਪਣਾ ਕੰਮ ਦੇਖ। ਮੈਂ ਉਹ ਲਿਖ ਕੇ ਭੇਜਤਾ ਵੀ ਮੈਨੂੰ ਐਂ ਕਹਿੰਦੇ ਆ। ਉਹ ਕਹਿੰਦੀ, ਉਹਦਾ ਖਤ ਆਇਆ, ਕਹਿੰਦੀ ਬਲਦੇਵ ਨਾਗਮਣੀ ਨੇ ਤੇਰੇ ਟਰੱਕਾਂ ਨੂੰ ਟਾਇਰ ਤਾਂ ਨਹੀਂ ਲਾ ਕੇ ਦੇਣੇ ਜੀ, ਪਰ ਤੇਰੇ ਸਾਹਿਤ ਦੇ ਪਹੀਏ ਨੂੰ ਜ਼ਰੂਰ ਟਾਇਰ, ਸਾਹਿਤ ਦੀ ਗੱਡੀ ਨੂੰ ਜ਼ਰੂਰ ਪਹੀਏ ਲਾ ਦੂਗੀ। ਤੇ ਉਹ ਸੱਚਮੁੱਚ ਹੀ ਉਸ ਤੋਂ ਬਾਅਦ ਦੇਖੋ ਵੀ ਕਹਾਣੀਆਂ, ਨਾਵਲ, ਬੜਾ ਕੁਝ ਆਇਆ ਉਹ। ਤੇ ਹੁਣ ਲਗਭਗ ਤਾਂ ਹੁਣ ਸਮਝੋ ਵੀ ਗਿਣਤੀ ਵੀ ਕਈ ਵਾਰੀ ਸੋਚੀ ਦਾ ਵੀ ਲਗਾਤਾਰ ਨਿਰੰਤਰ ਜਿਹੜਾ ਮੈਂ ਲਿਖ ਰਿਹਾ ਉਸ ਤੋਂ ਬਾਅਦ। ਜਿੰਨਾ ਕੁ ਮੈਨੂੰ ਯਾਦ ਆ, 80 ਤੋਂ ਵੱਧ ਕਿਤਾਬਾਂ ਤੁਹਾਡੀਆਂ ਆ ਗਈਆਂ, ਪਰ ਉਹਨਾਂ ਕਿਤਾਬਾਂ ਨੇ ਹਾਸਲ ਵੀ ਬਹੁਤ ਕੁਝ ਕੀਤਾ। ਅਵਾਰਡਸ ਕਿਹੜੇ ਆ ਜਿਹੜੇ ਹੋਰ ਮਿਲੇ ਆ ਤੁਹਾਨੂੰ? ਬਹੁਤ ਮਿਲੇ ਹੋਣੇ। ਨਹੀਂ ਦੇਖੋ, ਕੋਈ ਵੀ ਲੇਖਕ ਇਸ ਕਰਕੇ ਨਹੀਂ ਲਿਖਦਾ ਵੀ ਉਹਨੂੰ ਅਵਾਰਡ ਮਿਲਣੇ ਆ ਜੀ, ਪਰ ਜੇ ਉਸ ਦੀ ਰਚਨਾ ਨੂੰ, ਉਸ ਦੀ ਲਿਖਤ ਨੂੰ ਅਵਾਰਡ ਮਿਲਦੇ ਹੈ ਤਾਂ ਬਹੁਤ ਚੰਗਾ ਲੱਗਦਾ ਹੈ। ਔਰ ਲੱਗਦਾ ਹੈ ਵੀ ਸਾਡੀ ਰਚਨਾ ਦੀ ਨੂੰ ਪ੍ਰਵਾਨਗੀ ਦੇ ਰਹੀਆਂ ਸੰਸਥਾਵਾਂ ਵੀ, ਪਾਠਕ ਵੀ। ਇਸ ਕਰਕੇ ਟਾਵਾਂ ਦਿੱਲੀ ਦੇ ਕਿੰਗਰੇ ਨਾਵਲ ਸੀ ਮੇਰਾ ਜੀ, ਉਹਨੂੰ ਭਾਰਤ ਸਰਕਾਰ ਨੇ ਸਾਹਿਤ ਅਕੈਡਮੀ ਅਵਾਰਡ ਦਿੱਤਾ ਜੀ। ਤੇ ਮੇਰੇ ਕੁੱਲ ਜਿਹੜਾ ਸਮਝ ਲਓ ਵੀ ਮੇਰਾ ਸਾਹਿਤ ਦਾ ਜਿਹੜਾ ਕੰਮ ਸੀਗਾ, ਜਿੰਨਾ ਕੀਤਾ ਸੀ, ਪੰਜਾਬ ਸਰਕਾਰ ਨੇ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਦਿੱਤਾ ਉਹਦਾ। ਤੇ ਮੇਰਾ ਨਾਵਲ ਇੱਕ ਸੂਰਜ ਦੀ ਅੱਖ ਹੈ, ਬਹੁਤ ਵੱਡਾ ਅਵਾਰਡ ਹੈ, ਜਿਹਨੂੰ ਪੰਜਾਬੀ ਦਾ ਬੁੱਕਰ ਅਵਾਰਡ ਕਹੀ ਜਾਂਦੇ ਹੈ। ਉਸ ਲੈਵਲ ਦਾ, ਜਾਣੀ ਉਸ ਤਰ੍ਹਾਂ ਦੀ ਚੋਣ ਪ੍ਰਕਿਰਿਆ ਚੋਂ ਲੰਘ ਕੇ ਉਹ ਮਿਲਦਾ ਹੈਗਾ। ਉਹਨੂੰ ਢਾਹਾਂ ਪੁਰਸਕਾਰ ਕਹਿੰਦੇ ਨੇ ਕੈਨੇਡਾ ਤੋਂ, ਤੇ ਉਹ ਮਿਲਿਆ। ਤੇ ਉਹ ਲੇਖਕ ਲਈ ਇੱਕ ਹੋਰ ਕੀ ਚਾਹੀਦਾ ਹੈ? ਉਹ ਮੈਨੂੰ ਬਹੁਤ ਵਾਰੀ ਪੁੱਛਦੇ ਆ ਵੀ ਤੇਰੀ ਪੰਜਾਬੀ ਸਾਹਿਤ ਨੂੰ ਦੇਣ ਕੀ ਹੈ। ਮੈਂ ਕਿਹਾ, ਮੈਨੂੰ ਪੁੱਛਦੇ ਨੇ ਉਹ, ਮੈਂ ਕਿਹਾ ਕਿ ਲੇਖਕ ਸਾਹਿਤ ਨੂੰ ਜਾਂ ਆਪਣੀ ਭਾਸ਼ਾ ਨੂੰ ਜਾਂ ਆਪਣੀ ਬੋਲੀ ਨੂੰ ਦੇ ਕੀ ਸਕਦਾ ਹੈ? ਅਸੀਂ ਤਾਂ ਪ੍ਰਾਪਤ ਕਰਦੇ ਹਾਂ ਉਹ ਤੋਂ ਆਪਣੇ ਨਾਂ, ਆਪਣੀ ਪਛਾਣ, ਆਪਣਾ ਸਾਰਾ ਕੁਝ ਅਸੀਂ ਤਾਂ ਉਹ ਤੋਂ ਲੈਂਦੇ ਹਾਂ। ਬੋਲੀ ਤਾਂ ਸਾਨੂੰ ਦਿੰਦੀ ਹੈ, ਅਸੀਂ ਬੋਲੀ, ਮੈਂ ਕਿਹਾ ਅਸੀਂ ਤਾਂ ਉਹ ਤੋਂ ਪ੍ਰਾਪਤ ਕਰਦੇ ਹਾਂ। ਅਸੀਂ ਸਾਹਿਤ ਨਾਲ ਲਿਖਦੇ, ਸਾਨੂੰ ਕਿਹਨੇ ਪੁੱਛਣਾ ਸੀ? ਇਹ ਚੀਜ਼ਾਂ ਦੀਆਂ ਇਹ ਗੱਲਾਂ ਨੇ। ਤੇ ਬਹੁਤ ਕੁਝ ਹੋਰ ਅਵਾਰਡ ਨੇ ਜਿਹੜੇ ਇੱਕ ਲੰਮੀ ਲਿਸਟ ਹੈ, ਇੱਥੇ ਹੁਣ ਮੈਂ ਨਹੀਂ ਕਹਿੰਦਾ, ਕਿਉਂਕਿ ਜਿਹੜੇ ਸੰਸਥਾਵਾਂ, ਸਾਹਿਤ ਸਭਾਵਾਂ, ਹੋਰ ਛੋਟੀਆਂ ਸੰਸਥਾਵਾਂ, ਉਹ ਸਾਰਾ ਜਣੀ ਅੱਛਾ ਲੱਗਦਾ ਵੀ ਤੁਹਾਡੀ ਲਿਖੇ ਨੂੰ ਪ੍ਰਵਾਨਗੀ ਮਿਲਦੀ ਹੈ, ਤੁਹਾਡੇ ਲਿਖੇ ਨੂੰ ਪੜ੍ਹਦੇ ਨੇ, ਤੁਹਾਡੇ ਲਿਖੇ ਨੂੰ ਪਸੰਦ ਕਰਦੇ ਨੇ। ਔਰ ਲੇਕਿਨ ਸਫਲਤਾ ਚੱਲਦੀ ਜਾ ਰਹੀ ਹੈ। ਕਦੇ ਕਦੇ ਤੁਹਾਨੂੰ ਇੱਦਾਂ ਲੱਗਦਾ ਕਿ ਜੇ ਮੈਂ ਕਿਤੇ ਅਧਿਆਪਕ ਰਹਿ ਗਿਆ ਹੁੰਦਾ
ਸਰਕਾਰੀ ਅਧਿਆਪਕ ਸੀ, ਪੈਨਸ਼ਨ ਆਰਾਮ ਨਾਲ ਆਉਂਦੀ, ਹਾਂ। ਪਰ ਫਿਰ ਮੈਂ ਬਲਦੇਵ ਸਿੰਘ ਸੜਕਨਾਮਾ ਨਾ ਬਣਦਾ। ਹਾਂ, ਨਹੀਂ ਕਈ ਵਾਰੀ ਤਾਂ ਝੋਰਾ ਜਿਹਾ ਆਉਂਦਾ ਨਾ, ਜਦੋਂ ਕਈ ਮਾਸਟਰ ਕਹਿੰਦੇ ਆ ਹੁਣ ਭਾਈ ਤੁਹਾਡੇ ਬਾਈ ਦੀ 80,000 ਪੈਨਸ਼ਨ ਹੋ ਗਈ। ਉਦੋਂ ਸੋਚੀਦਾ ਯਾਰ ਤੂੰ ਗਲਤੀ ਤਾਂ ਨਹੀਂ ਕਰ ਲਈ ਕਿਤੇ ਉਦੋਂ। ਜਾਣਗੇ ਤੇਰੇ ਵੱਡੇ ਉਦੋਂ ਛਾਪਾਂ ਛੱਲੇ ਦੇਖੇ ਸੀ। ਜਾਣਗੇ ਤੇਰੇ ਵੱਡੇ ਭਾਈ ਦੀ 1,20,000 ਤਨਖਾਹ ਹੋਊਗੀ। ਉਦੋਂ ਸੋਚੀ ਯਾਰ ਤੂੰ ਤਾਂ 110 ਰੁਪਈਆ ਵੇਖ ਕੇ ਭੱਜ ਗਿਆ ਉਦੋਂ। ਉਹ ਕਈ ਵਾਰੀ ਆਉਂਦਾ ਤਾਂ ਹੈਗਾ ਮਨ 'ਚ, ਪਰ ਫਿਰ ਸੋਚਦਾ ਵੀ ਮੈਨੂੰ ਮੁਹੱਲੇ ਵਾਲੇ ਜਾਣਦੇ ਹੁੰਦੇ, ਜਾਂ ਉਸ ਸਕੂਲ ਵਾਲੇ ਜਾਣਦੇ ਹੁੰਦੇ, ਜਾਂ ਜਿੱਥੇ ਜਿੱਥੇ ਬਦਲੀ ਹੋਈ ਉਹ ਜਾਣਦੇ ਹੁੰਦੇ। ਅੱਜ ਦੇਖੋ ਮੈਂ ਠੀਕ ਹੈ, ਮੈਂ ਛੱਡ ਦਿੱਤੀ। ਉਸ ਤੋਂ ਬਾਅਦ ਦੇਖੋ ਚਾਹੇ ਕੈਨੇਡਾ, ਚਾਹੇ ਅਮਰੀਕਾ, ਚਾਹੇ ਨੀਦਰਲੈਂਡ, ਚਾਹੇ ਆਸਟ੍ਰੇਲੀਆ, ਜਿੱਥੇ ਪੰਜਾਬੀ ਸਾਹਿਤ ਪੜ੍ਹਨ ਨੂੰ ਪਿਆਰ ਕਰਨ ਵਾਲੇ ਬੈਠੇ ਆ ਉਹ ਮੈਨੂੰ ਜਾਣਦੇ ਨੇ। ਔਰ ਇਹੀ ਇੱਕ ਜਣੀ ਪ੍ਰਾਪਤੀ ਹੈ ਵੀ ਮੈਨੂੰ ਅੱਜ ਮੇਰੀ ਪਛਾਣ ਬਹੁਤ ਅੰਤਰਰਾਸ਼ਟਰੀ ਪੱਧਰ 'ਤੇ ਹੈਗੀ ਆ, ਜਾਣ ਮਿਲਦੀ ਹੈ। ਨਹੀਂ ਤਾਂ ਫਿਰ ਮੈਂ ਉਹ ਖੂਹ ਦੇ ਡੱਡੂ ਵਾਂਗੂ ਜ਼ਰੂਰ, ਜਾਂ ਹੁਣ ਮੈਂ ਇੱਕ ਟਿਊਸ਼ਨਾਂ ਪੜ੍ਹਾਉਂਦਾ ਹੁੰਦਾ ਵਿਹਲਾ ਹੋ ਕੇ, ਇਹ ਮੇਰੇ ਘਰੇ ਆ ਕੇ ਪੜ੍ਹ ਲਿਆ ਕਰੋ ਭਾਈ। ਤੁਸੀਂ ਨਾਵਲ, ਕਹਾਣੀਆਂ, ਨਾਟਕ, ਸੰਵਾਦ, ਵਾਰਤਕ ਲਿਖੇ, ਜਿਹਦੀ ਗੱਲ ਮੈਂ ਪਹਿਲਾਂ ਵੀ ਕਰ ਚੁੱਕੀ ਹਾਂ, ਹੈ ਨਾ। ਉਸ ਸਫ਼ਰ ਬਾਰੇ ਥੋੜਾ ਜਿਹਾ ਹੋਰ ਦੱਸੋ। ਨਹੀਂ ਦੇਖੋ, ਜੇ ਤਾਂ ਮੈਂ ਨਾ ਆਪਣੇ ਸ਼ੁਰੂ ਤੋਂ ਜਿਹੜਾ ਇੱਕ ਛੋਟਾ ਨਾਵਲ ਲਿਖਿਆ ਸੀਗਾ ਕਹਾਣੀਆਂ ਤੋਂ ਬਾਅਦ, ਉਹਦਾ ਨਾਮ ਸੀਗਾ ਦੂਸਰਾ ਹੀਰੋਸ਼ੀਮਾ। ਔਰ ਇਸ ਗੱਲ ਦੀ ਮੈਨੂੰ ਆਪ ਨੂੰ ਹੈਰਾਨੀ ਹੈ, ਜਦੋਂ ਉਸ ਮੇਰੇ ਛੋਟੇ ਜਿਹੇ ਪਹਿਲੇ ਨਾਵਲ ਦੇ ਉੱਤੇ ਪੰਜਾਬੀ ਫਿਲਮ ਬਣੀ ਆ ਦਾਰਾ ਜਾਣੀ ਹੁਣ ਵੀ ਦੂਸਰੀਆਂ ਕਿਤਾਬਾਂ ਦੀ ਵੀ ਉਹ ਘੋਖ ਪੜਤਾਲ ਕਰ ਰਹੇ ਫਿਲਮਾਂ ਬਣਨ ਨੂੰ। ਤਿੰਨ ਚਾਰ ਜਿਹੜੇ ਅਲੱਗ-ਅਲੱਗ ਜਿਹੜੇ ਆਪਣੇ ਡਾਇਰੈਕਟਰ ਤੇ ਹੋਰ ਐਕਟਰ ਜਿਹੜੇ ਉਹ ਲੈ ਕੇ ਗਏ ਨੇ ਕਿਤਾਬਾਂ ਮੇਥੋਂ ਵੀ ਬਣਨੀਆਂ। ਅਤੇ ਨਾਲ ਜਿਹੜਾ ਹੈ ਇੱਕ ਹੈਗਾ, ਜਦੋਂ ਮੇਰਾ ਇੱਕ ਮੋੜ ਕੱਟਦਾ ਜਦੋਂ ਮੈਂ ਇਤਿਹਾਸਕ ਨਾਵਲ ਲਿਖੇ ਹੈਗੇ ਨੇ ਜੀ। ਉਹ ਵੀ ਇੱਕ ਖਾਸ ਘਟਨਾ ਸੀਗੀ ਵੀ ਉਸ ਨੂੰ ਮੈਨੂੰ ਮੇਰੇ ਆਪਣੇ ਡਾਕਟਰ TR ਵਿਨੋਦ ਬਠਿੰਡੇ ਦੇ, ਇੱਥੇ ਨਹੀਂ ਹੈਗੇ ਅੱਜ, ਅਤੇ ਉਹ ਮੈਨੂੰ ਕਹਿੰਦੇ ਵੀ ਤੂੰ ਭਾਈ ਜੇਤਾ ਦਾ ਇੱਕ ਕਰੈਕਟਰ ਹੈ ਸਾਡੇ ਸਿੱਖ ਇਤਿਹਾਸ ਦਾ ਬਹੁਤ ਵੱਡਾ ਕਰੈਕਟਰ ਹੈ, ਭਾਈ ਬਾਬਾ ਜੀਵਨ ਸਿੰਘ ਬਾਅਦ 'ਚ ਅੰਮ੍ਰਿਤ ਛਕ ਕੇ ਬਣਦੇ ਨੇ ਜਦੋਂ, ਵੀ ਉਹਦੇ 'ਤੇ ਜਿਸ ਤਰ੍ਹਾਂ ਦਾ ਇਤਿਹਾਸਕਾਰਾਂ ਵੱਲੋਂ ਉਹਦੇ ਨਾਲ ਉਹਨੂੰ ਲਿਖਣਾ ਚਾਹੀਦਾ ਸੀਗਾ ਵੀ ਉਹਦੇ ਬਾਰੇ ਕੋਈ ਸਾਨੂੰ ਲੱਭਦਾ ਨਹੀਂ ਕੁਛ ਵੀ, ਉਹਦੇ ਬਾਰੇ ਖੋਜ ਕਰਕੇ ਤੂੰ ਬਹੁਤ ਵੱਡਾ ਨਾਵਲ ਹੈ ਜੀ। ਅਤੇ ਮੈਂ ਹਾਲਾਂਕਿ ਮੇਰਾ ਰੁਝਾਨ ਇੱਦਾਂ ਹੈ ਨਹੀਂ ਸੀ, ਪਰ ਜਦੋਂ ਮੈਂ ਉਹਨਾਂ ਦਾ ਬਹੁਤ ਰਿਗਾਰਡ ਕਰਦਾ ਸੀਗਾ, ਮੈਂ ਕਿਹਾ ਵੀ ਮੈਂ ਕੋਸ਼ਿਸ਼ ਕਰੂੰਗਾ, ਔਰ ਮੈਂ ਕੀਤੀ। ਪਰ ਫਿਰ ਮੈਂ ਵੀ ਬੜਾ ਕੁਝ ਜਾਣਿਆ, ਔਰ ਉਸ ਤੋਂ ਬਾਅਦ ਇਤਿਹਾਸ ਵੱਲ ਮੈਨੂੰ ਮੁੜਨ ਦਾ ਮੌਕਾ ਮਿਲਿਆ। ਅਤੇ ਫਿਰ ਮੈਂ ਬੰਦਾ ਬਹਾਦਰ ਬਾਰੇ, ਫਿਰ ਉਸ ਤੋਂ ਬਾਅਦ ਭਗਤ ਸਿੰਘ ਬਾਰੇ, ਹੁਣ ਮੇਰੇ ਉਸ ਤੋਂ ਬਾਅਦ ਜਿਹੜਾ ਆਪਣੇ ਮਹਾਰਾਜਾ ਰਣਜੀਤ ਸਿੰਘ ਬਾਰੇ, ਊਧਮ ਸਿੰਘ ਬਾਰੇ, ਇਹ ਸਾਰੇ ਇਤਿਹਾਸਕ ਨਾਵਲ ਜਿਹੜੇ ਜਿਨ੍ਹਾਂ ਦਾ ਮੈਨੂੰ ਦੂਸਰੇ ਨਾਵਲਾਂ ਨਾਲੋਂ ਵੀ ਜ਼ਿਆਦਾ ਵੱਡਾ ਹੁੰਗਾਰਾ ਪਾਠਕਾਂ ਵੱਲੋਂ ਮਿਲਿਆ ਹੈਗਾ। ਇੱਕ ਸਫ਼ਰਨਾਮਾ ਵੀ ਜੁੜਦਾ ਫਿਰ ਤੁਹਾਡੇ ਨਾਲ? ਨਹੀਂ, ਸਫ਼ਰਨਾਮਾ ਤਾਂ ਵੈਸੇ ਤਾਂ ਮੇਰਾ ਜਿਹੜਾ ਸੜਕਨਾਮਾ ਦਾ ਜਿਹੜਾ ਸੀ ਉਹ ਸਾਰਾ ਸਫ਼ਰਨਾਮੇ ਹੀ ਹੈ ਮੇਰੇ। ਟਰੱਕ ਲਾਈਫ ਜਿਹੜੀ ਮੈਂ ਜਿਵੇਂ ਹੈ, ਜਿਹੜਾ ਜਿਹਦੇ 'ਚ ਮੈਂ ਸਾਰਾ ਉੱਤਰੀ ਭਾਰਤ ਤੇ ਗਾਇਆ ਆਪਣੇ ਟਰੱਕਾਂ ਦੀ ਗੱਲ ਦੁਬਾਰਾ ਚੱਲੀ ਆ, ਪੂਰੀ ਦੁਨੀਆ ਤੁਸੀਂ ਘੁੰਮਿਆ ਹੈ ਨਾ, ਪਰ ਤੁਹਾਡੀਆਂ ਗੱਲਾਂ ਦੇ ਵਿੱਚ ਕਲਕੱਤੇ ਤੇ ਬੰਗਾਲ ਦਾ ਜ਼ਿਕਰ ਬਹੁਤ ਹੁੰਦਾ। ਦੇਖੋ ਉਹ ਤਾਂ ਕਰਮ ਭੂਮੀ ਸੀ ਮੇਰੀ, 20 ਸਾਲ ਲਗਭਗ ਮੈਂ ਉੱਥੇ ਗੁਜ਼ਾਰੇ, ਔਰ ਮੈਂ ਹਮੇਸ਼ਾ ਕਹਿਣਾ ਵੀ ਜੇ ਮੈਂ ਕਲਕੱਤੇ ਨਾ ਜਾਂਦਾ ਜਾਂ ਉੱਥੋਂ ਦੀ ਸਾਹਿਤ ਸਭਾ 'ਚ ਨਾ ਮਿਲਦਾ, ਉੱਥੇ ਜਿਹੜੇ ਮੇਰੇ ਦੋਸਤ ਸੀ ਹਰਦੇਵ ਸਿੰਘ ਗਰੇਵਾਲ, ਡਾਕਟਰ ਸੁਖਵੰਤ, ਕੁਲਦੀਪ ਤੰਦੂਰੀ, ਜੇ ਮੈਨੂੰ ਨਾ ਮਿਲਦੇ ਤਾਂ ਸ਼ਾਇਦ ਮੈਂ ਲੇਖਕ ਹੀ ਨਾ ਹੁੰਦਾ ਉੱਥੇ। ਅਤੇ ਇਹ ਤਾਂ ਗੱਲਾਂ ਹੈਗੀਆਂ, ਪਰ ਇਹ ਹੈ ਵੀ ਕਈ ਵਾਰੀ ਨਾ ਤੇ ਮੇਰਾ ਕੋਈ ਸੁਪਨਾ ਸੀ ਲੇਖਕ ਬਣਨ ਦਾ, ਪਰ ਜ਼ਿੰਦਗੀ ਕੋਈ ਇਹੋ ਜਿਹਾ ਮੋੜ ਕੱਟ ਜਾਂਦੀ ਹੈ ਇੱਕਦਮ, ਜਿਹੜਾ ਤੁਸੀਂ ਸੋਚਿਆ ਤੱਕ ਨਹੀਂ ਹੁੰਦਾ ਵੀ ਤੁਸੀਂ ਇਸ ਪਾਸੇ ਨੂੰ ਜਾਣਾ ਹੈਗਾ ਤੁਹਾਡੇ ਪੱਲੇ, ਲੇਕਿਨ ਤੁਹਾਡੇ ਅੰਦਰ ਪਿਆ ਹੁੰਦਾ। ਹੁਣ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਸਾਡੇ ਘਰ ਦੇ ਬਾਹਰ ਕੁਝ ਉੱਗਿਆ ਹੁੰਦਾ ਹੈ, ਬਿਲਕੁਲ, ਉੱਥੇ ਅਸੀਂ ਤਾਂ ਉਹ ਬੀਜਿਆ ਨਹੀਂ ਹੈ, ਬਿਲਕੁਲ, ਲੇਕਿਨ ਉੱਗਿਆ ਹੋਇਆ ਹੈ। ਹਰ ਇੱਕ ਮਨੁੱਖ ਦੇ ਅੰਦਰ ਕੁਝ ਕਲਾਵਾਂ ਪਈਆਂ ਹੈ, ਉਵੇਂ ਬੀਜ ਪਏ ਹੋਏ ਨੇ। ਅੱਛਾ, ਉਹ ਜੇ ਤੁਹਾਨੂੰ ਉਹੋ ਜਿਹੇ ਪ੍ਰਸਥਿਤੀਆਂ ਮਿਲਦੀਆਂ ਨੇ, ਉਹੋ ਜਿਹਾ ਕੋਈ ਵਾਤਾਵਰਨ ਮਿਲਦਾ ਤੁਹਾਨੂੰ, ਉਹ ਅਚਾਨਕ ਤੁਹਾਡੇ ਅੰਦਰੋਂ ਕਲਾ ਫੁੱਟ ਪੈਂਦੀ ਹੈ। ਤਾਂ ਉਹ ਬੰਗਾਲ 'ਚ ਜਾਣ ਨਾਲ, ਕਲਕੱਤੇ ਜਾਣ ਨਾਲ, ਉਹ ਜਦੋਂ ਮੈਂ ਉੱਥੇ ਉਸ ਚੌਂਕ ਵਿੱਚ ਬੈਠਾ ਸੀ, ਉੱਥੋਂ ਸੱਜਰੀ ਪੈੜ ਚੁੱਕੀ ਸੀ, ਉਹ ਬੀਜ ਨੂੰ ਪਾਣੀ ਮਿਲ ਰਿਹਾ ਸੀ ਉਦੋਂ। ਵਾਹ। ਤੇ ਜਦੋਂ ਸਾਰਾ ਕੁਝ ਜਲਵਾਯੂ ਮਿਲਦਾ ਤੁਹਾਨੂੰ, ਉਹ ਉੱਗਦਾ।
ਤੇ ਮੈਂ ਕਦੇ ਸੁਪਨਾ ਨਹੀਂ ਸੀ ਲਿਆ ਵੀ ਮੈਂ ਲਿਖੂੰਗਾ, ਜੇ ਲਿਖੂੰਗਾ ਵੀ ਤਾਂ ਇਸ ਪੱਧਰ ਤੇ ਲਿਖੂੰਗਾ, ਇੰਨਾ ਨਿਰੰਤਰ ਲਿਖੂੰਗਾ ਔਰ ਮੈਨੂੰ ਇਸ ਤਰ੍ਹਾਂ ਦੀ ਪਾਠਕਾਂ ਵੱਲੋਂ ਤੇ ਪ੍ਰਵਾਨਗੀ ਮਿਲੂਗੀ। ਇੱਕ ਕੋਈ ਸੋਚਦਾ ਨਹੀਂ ਤੁਹਾਡੇ ਅੰਦਰ ਕੀ ਪਿਆ ਹੋਇਆ। ਬਹੁਤ ਲੋਕਾਂ 'ਚ ਪਿਆ ਅੰਦਰੇ ਦੱਬ ਜਾਂਦਾ ਹੈ, ਉਹ ਨਹੀਂ ਨਿਕਲਦਾ, ਉਹਨੂੰ ਨਹੀਂ ਵਾਤਾਵਰਨ ਮਿਲਦਾ, ਉਹਨੂੰ ਨਹੀਂ ਮੌਕੇ ਮਿਲਦੇ, ਉਹ ਉੱਥੇ ਹੀ ਰਹਿ ਜਾਂਦਾ ਹੈ। ਬਿਲਕੁਲ ਬਹੁਤ ਲੋਕਾਂ ਦੇ ਵਿੱਚ ਇਹੋ ਜਿਹਾ ਕੁਝ ਹੈ। ਤੇ ਇਹ ਕੁਝ ਲੇਖਕ ਵੱਲ ਆਉਣਾ ਵੀ ਮੈਂ ਸਮਝਦਾ ਵੀ ਉਸ ਬੀਜ ਸੀ, ਕਿਤੇ ਸੀ ਜ਼ਰੂਰ, ਜਿਹੜਾ ਸ਼ਾਇਦ ਪੜ੍ਹਨ ਦਾ ਸ਼ੌਂਕ ਸੀ, ਇਹਦਾ ਮਤਲਬ ਕਿਤੇ ਪਿਆ ਸੀ ਉਹ। ਤੇ ਉਸ ਤੋਂ ਬਾਅਦ ਲੇਖਕ ਦੇ ਪਾਸੇ ਵੱਲ ਨੂੰ ਆਇਆ। ਇੰਨੀਆਂ ਰਚਨਾਵਾਂ, ਇੰਨੇ ਪੁਰਸਕਾਰ, ਇੰਨਾ ਕੰਮ ਉਸ ਇਨਸਾਨ ਦੇ ਵੱਲੋਂ ਜਿਹਨੂੰ ਪਤਾ ਹੀ ਨਹੀਂ ਸੀ ਉਹਨੇ ਲੇਖਕ ਬਣਨਾ ਕਿ ਨਹੀਂ ਬਣਨਾ। ਜਿਹਨੂੰ ਆਪ ਨੂੰ ਪਤਾ ਹੀ ਨਹੀਂ ਸੀ, ਉਹ ਤਾਂ ਛਾਪਾ ਛੱਲੇ ਦੇਖ ਕੇ, ਮੈਂ ਤਾਂ ਛਾਪਾ ਛੱਲੇ ਦੇਖ ਕੇ ਮੈਂ ਕਿਹਾ ਚਲੋ ਅਸੀਂ ਵੀ ਕਦੇ ਪਾ ਕੇ ਆਵਾਂਗੇ। ਪਰ ਇੱਕ ਗੱਲ ਹੁੰਦੀ ਹੈ ਕਿ ਬਹੁਤ ਕੁਝ ਲਿਖਣ ਤੋਂ ਬਾਅਦ ਸਭ ਤੋਂ ਵੱਧ ਇਦਾਂ ਦੀ ਤੁਹਾਡੀ ਕਿਹੜੀ ਰਚਨਾ ਆ ਕਿ ਜਿਹਦੀ ਪ੍ਰਤੀਕਿਰਿਆ ਬਹੁਤ ਆਈ, ਲੋਕਾਂ ਨੇ ਕਿਹਾ ਹੋਵੇ ਇਸ ਤੁਹਾਡੀ ਲੇਖਣੀ ਨੇ ਨਾ ਸਾਡੀ ਜ਼ਿੰਦਗੀ ਬਦਲੀ, ਸਾਡੀ ਸੋਚ ਬਦਲੀ? ਕਿਉਂਕਿ ਕਿਤਾਬਾਂ ਬੰਦਿਆਂ ਤੇ ਅਸਰ ਕਰਦੀਆਂ, ਲਿਖਦੇ ਮਹਾਨ ਲੋਕ ਨੇ ਜੋ ਤੁਸੀਂ ਲਿਖਿਆ। ਨਹੀਂ ਹੁਣ ਦੇਖੋ, ਜੇ ਇਸ ਤਰ੍ਹਾਂ ਦੀ ਗੱਲ ਕਰਨੀ ਹੋਵੇ ਤਾਂ ਪਹਿਲਾਂ ਤਾਂ ਸੜਕਨਾਮਾ ਦੇ ਨਾਂ ਹੀ ਮੈਂ ਲਵਾਂਗਾ ਜਰਾ। ਜੀ ਸੜਕਨਾਮਾ ਦੇ ਵਿੱਚ ਤਾਂ ਤੁਸੀਂ ਦੇਖੋ ਵੀ ਕਈ ਵੱਡੇ ਪੁਲਿਸ ਅਫਸਰਾਂ ਦੀਆਂ ਮੇਰੇ ਕੋਲ ਚਿੱਠੀਆਂ ਪਈਆਂ। ਅੱਛਾ ਜੀ। ਹਾਂ, ਵੀ ਅਸੀਂ ਸੜਕਨਾਮਾ ਪੜ੍ਹਦੇ ਸੀ, ਕਹਿੰਦਾ ਯਾਰ ਤੇਰਾ ਸੜਕਨਾਮਾ ਪੜ੍ਹ ਕੇ ਤਾਂ ਆਹ ਡਰਾਈਵਰ ਵਿਚਾਰੇ ਦਰਵੇਸ਼ ਜਿਹੇ ਹੀ ਲੱਗਦੇ ਆ ਯਾਰ, ਇਹਨਾਂ ਦਾ ਤਾਂ ਕਹਿੰਦੇ ਚਲਾਨ ਕਰਨ ਨੂੰ ਜੀ ਨਹੀਂ ਕਰਦਾ। ਸੱਚਮੁੱਚ ਹੀ ਦੇਖੋ, ਉਹਨਾਂ ਦੇ ਸ਼ਬਦ ਹੈ, ਕਹਿੰਦੇ ਇਹਨਾਂ ਦਾ ਚਲਾਨ ਕਰਨ ਨੂੰ ਜੀ ਨਹੀਂ ਕਰਦਾ, ਵੀ ਇਹ ਤਾਂ ਪਹਿਲਾਂ ਹੀ ਦੁਖੀ ਤੁਰੇ ਆਉਂਦੇ, ਪਿੱਛੋਂ ਪਤਾ ਨਹੀਂ ਕਿੱਥੇ ਤੁਰੇ ਆਉਣੇ ਆ। ਤੇ ਹੁਣ ਬਾਕੀ ਕਈ ਨਾਵਲ ਪੜ੍ਹ ਕੇ ਉਹ ਕਹਿੰਦੇ ਵੀ ਤੂੰ ਸਾਡੇ ਘਰ ਦੀਆਂ ਗੱਲਾਂ ਯਾਰ ਕਿੱਥੋਂ ਜਾਣ ਗਿਆ, ਆਹ ਤਾਂ ਸਾਡੇ ਪਿੰਡ ਦਾ ਬੰਦਾ ਹੈ, ਤੇ ਤੂੰ ਇਹਦੇ ਕੋਲੇ ਕਿਵੇਂ ਮਿਲ ਪਿਆ ਇਹਨੂੰ। ਜਾਣੀ ਕਈ ਵਾਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿਹੜਾ ਕੋਈ ਪਾਤਰ ਹੈ ਨਾਵਲ ਦਾ ਜਾਂ ਜੇ ਕੋਈ ਘਟਨਾ ਹੈ, ਉਹ ਸਿਰਫ ਕੋਈ ਨਿੱਜੀ ਵਰਤਾਰਾ ਨਾ ਹੋਵੇ, ਉਹ ਸਮੂਹਕ ਸਮਾਜ ਦਾ ਸਾਡਾ ਹਿੱਸਾ ਬਣੇ। ਵੀ ਆਹ ਗੱਲ ਤਾਂ ਯਾਰ ਸਾਡੇ ਪਿੰਡ ਵੀ ਹੋਈ ਸੀ, ਉਹ ਕਹਿੰਦਾ ਸਾਡੇ ਪਿੰਡ ਵੀ ਹੋਈ ਸੀ। ਆਹ ਫਲਾਤੂ ਨਾਵਲ ਹੈ ਮੇਰਾ, ਉਹਦਾ ਮੈਨੂੰ ਕਈ ਪਿੰਡਾਂ ਦੇ ਬੰਦਿਆਂ ਦੇ ਫੋਨ ਆ ਗਏ ਵੀ ਸਾਡੇ ਪਿੰਡ ਦਾ ਬੰਦਾ ਤੂੰ ਕਿਵੇਂ ਜਾਣਦਾ ਉਹਨੂੰ। ਉਹ ਮੈਂ ਕਿਹਾ ਹਰ ਪਿੰਡ 'ਚ ਫਲਾਤੂ ਫਿਰਦੇ ਆ ਬਾਈ, ਇਹ ਤਾਂ ਹਰ ਪਿੰਡ 'ਚ ਮੈਂ ਕਿਹਾ ਇੱਕ ਦੋ ਹੁੰਦੇ ਆ। ਮੈਂ ਕਿਹਾ ਉਹ ਤਾਂ ਸਾਡੇ ਪਿੰਡ ਵੀ ਹੈਗੇ, ਮੈਂ ਕਿਹਾ ਤੁਹਾਡੇ ਪਿੰਡ ਵੀ ਹੋਣਗੇ। ਉਹ ਅਗਲਾ ਕਹਿੰਦਾ ਤੂੰ ਸਾਡੇ ਪਿੰਡ ਦੇ ਬੰਦੇ ਤੇ ਲਿਖਦਾ ਕਿਵੇਂ, ਇਹ ਕਿਵੇਂ ਹੋ ਗਿਆ। ਇਹ ਹੁੰਦਾ ਵੀ ਜਿਹੜੀ ਆ ਨਾ ਉਹ ਲੱਗੇ ਵੀ ਹਾਂ ਬੰਦਾ ਯਾਰ ਇਹ ਸਾਰਾ ਕੁਝ ਤਾਂ ਹੈਗਾ ਹੀ ਹੈ। ਬਿਲਕੁਲ ਦੋ ਤਰ੍ਹਾਂ ਦੇ ਸੱਚ ਹੁੰਦੇ ਆ ਜਿਹੜਾ ਲੇਖਕ ਲਈ। ਇੱਕ ਤਾਂ ਜ਼ਿੰਦਗੀ ਦਾ ਸੱਚ ਹੁੰਦਾ, ਉਹ ਅਸੀਂ ਦੇਖਦੇ ਹਾਂ। ਇੱਕ ਗਲਪ ਦਾ ਸੱਚ ਹੁੰਦਾ, ਜਿਹੜਾ ਅਸੀਂ ਨਾਵਲ ਦੇ ਵਿੱਚ ਇੱਕ ਸੰਸਾਰ ਸਿਰਜਿਆ ਹੋਇਆ ਹੈ, ਕੀ ਉਹ ਸੱਚ ਬਣਦਾ ਹੈ, ਕੀ ਪਾਠਕ ਸਮਝਦਾ ਹਾਂ ਇਸ ਤਰ੍ਹਾਂ ਹੋ ਸਕਦਾ ਹੈ। ਹਾਲਾਂਕਿ ਉਹ ਹੁੰਦਾ ਨਹੀਂ, ਲੇਖਕ ਦੀ ਚਾਹੇ ਕਲਪਨਾ ਹੁੰਦੀ ਹੈ, ਚਾਹੇ ਕਲਪਨਾ ਥੋੜਾ ਬਹੁਤਾ ਰਲਾ ਹੁੰਦਾ ਹੈ, ਲੇਕਿਨ ਲੱਗੇ ਤਾਂ ਅਸੀਂ ਪੜ੍ਹ ਕੇ ਵੀ ਹਾਂ ਐਂ ਹੀ ਹੋਇਆ ਹੋਊਗਾ। ਬਿਲਕੁਲ ਸਹੀ ਗੱਲ ਹੈ। ਜਦੋਂ ਅਸੀਂ ਰਚਨਾ ਕੋਈ ਪੜ੍ਹਦੇ ਹਾਂ, ਲੱਗਦਾ ਕਿ ਉਹ ਚੀਜ਼ ਸਾਡੇ ਤੇ ਅਸਰ ਕਰਦੀ ਆ। ਕਿਤਾਬ ਲਿਖੀ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਜਾਂਦੀ ਹੈ ਕਿ ਇਸਨੂੰ ਪੜ੍ਹਦਿਆਂ ਦ੍ਰਿਸ਼ ਨਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਪਣੇ ਆਪ ਆਉਣ ਲੱਗ ਜਾਂਦੇ ਨੇ। ਪਰ ਅਗਲਾ ਜਿਹੜਾ ਮੇਰਾ ਸਵਾਲ ਆਉਣਾ ਹੈ ਨਾ, ਉਹ ਸਿੱਧਾ ਹੁਣ ਤੁਹਾਡੇ ਪਰਿਵਾਰ ਲਈ ਆਉਣਾ ਹੈ ਕਿ ਥੋੜਾ ਇਸ ਟਾਈਮ ਫੈਮਿਲੀ ਬਾਰੇ ਥੋੜਾ ਜਿਹਾ ਦੱਸੋ ਕਿ ਪਰਿਵਾਰ ਲਿਖਣ ਨੂੰ ਲੈ ਕੇ ਸਪੋਰਟਿਵ, ਜਾਂ ਕਈ ਕਹਿੰਦੇ ਹੁੰਦੇ ਨਾ ਹੋ ਕਿੰਨਾ ਕੁ ਲਿਖਣਾ, ਥੋੜਾ ਸਾਡੇ ਨਾਲ ਵੀ ਬਹਿ ਲਿਆ ਕਰੋ, ਕੌਣ ਕੌਣ ਹੈ ਫੈਮਿਲੀ 'ਚ? ਨਹੀਂ ਦੇਖੋ, ਪਹਿਲਾਂ ਤਾਂ ਮੈਂ ਜਦੋਂ ਕਲਕੱਤੇ ਰਹਿ ਰਿਹਾ ਸੀਗਾ, ਉਦੋਂ ਸ਼੍ਰੀਮਤੀ ਸੀ ਨਾਲ, ਬੱਚੇ ਉੱਥੇ ਸੀਗੇ, ਇਹ ਸਵਰਨਜੀਤ ਵੀ ਉੱਥੇ ਸੀ, ਸਾਰੇ ਉੱਥੇ ਪੜ੍ਹਦੇ ਆਏ ਉੱਥੋਂ ਕਲਕੱਤੇ ਤੋਂ। ਤੇ ਉਦੋਂ ਤਾਂ ਕੋਈ ਲਿਖਣ ਦਾ ਇੰਨਾ ਹੈ ਵੀ ਨਹੀਂ ਸੀਗਾ ਵੀ ਕੋਈ, ਕਿਉਂਕਿ ਇੰਨਾ ਟਾਈਮ ਹੀ ਨਹੀਂ ਹੁੰਦਾ ਸੀਗਾ। ਜੇ ਪੜ੍ਹਨਾ ਵੀ ਹੈ ਤਾਂ ਉਹ ਟਰੱਕ ਦੇ ਕੈਬਨ 'ਚ ਹੀ ਪੜ੍ਹ ਕੇ, ਜੇ ਲਿਖਣਾ ਵੀ ਹੈ ਤਾਂ ਉੱਥੇ ਕਿਤੇ ਢਾਬੇ 'ਤੇ ਬੈਠੇ ਜਦੋਂ ਬਾਕੀ ਡਰਾਈਵਰ ਤਾਸ਼ ਖੇਡਦੇ ਆ ਜਾਂ ਦਾਰੂ ਪੀ ਕੇ ਰੋਟੀਆਂ ਖਾਂਦੇ, ਉਦੋਂ ਮੈਂ ਬੈਠਾ ਕਿਤਾਬ ਪੜ੍ਹੀ ਜਾਂਦਾ ਹੁੰਦਾ ਸੀ। ਤਾਂ ਇਹ ਉਦੋਂ ਤੱਕ ਕਿਸੇ ਨੂੰ ਤੰਗ ਨਹੀਂ ਸੀ ਮੈਂ ਕਰਦਾ, ਤੰਗ ਤਾਂ ਇੱਥੇ ਵੀ ਨਹੀਂ ਕਰਦਾ ਕਿਸੇ ਨੂੰ। ਜਦੋਂ ਮੈਂ ਇੱਥੇ ਪੰਜਾਬ 'ਚ ਆ ਗਿਆ ਤੇ ਉਦੋਂ ਮੈਂ ਆਪਣਾ ਸੁਚੇਤ ਤੌਰ 'ਤੇ ਇੱਕ ਵੱਖਰਾ ਕੋਨਾ ਬਣਾਇਆ ਘਰ 'ਚ, ਵੀ ਮੈਂ ਇੱਥੇ ਪੜ੍ਹਿਆ ਕਰਨਾ ਬੈਠ ਕੇ ਕਿਤਾਬਾਂ, ਲਾਇਬ੍ਰੇਰੀ ਹੈ ਘਰ 'ਚ ਛੋਟੀ ਜਿਹੀ ਇੱਕ। ਤੇ ਉਦੋਂ ਉਹਨਾਂ ਨੂੰ ਪਤਾ ਹੁੰਦਾ ਹੈ, ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਪਤਾ ਹੁੰਦਾ ਵੀ ਹੁਣ ਉੱਥੇ ਚਲਾ ਗਿਆ। ਹਾਲਾਂਕਿ ਮੈਨੂੰ ਬਿਲਕੁਲ ਨਹੀਂ ਹੈ ਵੀ ਘਰ 'ਚ ਚੁੱਪ ਚਾਂ ਹੋਵੇ, ਕੋਈ ਖੜਕਾ ਨਾ ਕਰੇ, ਕੁਛ ਨਾ ਹੋਵੇ, ਕੋਈ ਗਲਾਸ ਨਾ ਡਿੱਗ ਪਏ ਵੀ ਤੂੰ। ਮੈਂ ਕਹਿੰਦਾ ਜਿੰਨਾ ਘਰ 'ਚ ਰੌਲਾ ਪੈਂਦਾ ਉਹਨਾਂ ਮੈਂ ਵਧੀਆ ਲਿਖਦਾ। ਸੱਚਮੁੱਚ ਕੋਈ ਵੀ ਫਲਾਣੇ ਰੰਗ ਦਾ ਕਾਗਜ਼ ਹੋਊ ਜੀ, ਇਹੋ ਜਿਹੀ ਲਾਈਟ ਹਰੇ ਦੀ ਹੋਊ, ਮੈਂ ਤਾਂ ਲਿਖੂੰ। ਬਸ ਮੈਂ ਪੜ੍ਹਦਾ ਲੇਖਕਾਂ ਦੀਆਂ ਜੀਵਨੀਆਂ ਵੱਡਿਆਂ ਦੀਆਂ, ਵੀ ਉਹ ਪੀਲੇ ਕਾਗਜ਼ 'ਤੇ ਲਿਖਦੇ ਆ ਜੀ, ਉਹ ਫਲਾਣੇ 'ਤੇ ਲਿਖਦੇ। ਮੈਂ ਕੋਈ ਪੁਰਾਣਾ ਕਾਗਜ਼ ਜਿਸ ਦੀ ਜਵਾਕਾਂ ਨੇ ਕਾਪੀ ਜਿਹੜੀ ਹੁੰਦੀ ਨਾ ਖਾਦੀ ਖਾਲੀ ਪਈ ਹੁੰਦੀ, ਮੈਂ ਉਹ ਲੈ ਲੈਂਦਾ, ਬਾਕੀ ਸਿਰਫ ਰੱਖ ਲੈਂਦਾ। ਕੋਈ ਇਹੋ ਜਿਹੀ ਕੋਈ ਉਚੇਚ ਨਹੀਂ ਹੈ ਤੁਹਾਡੇ ਅੰਦਰ।
ਵਿਚਾਰ ਚਾਹੀਦੇ ਨੇ, ਤੁਹਾਡੇ ਅੰਦਰ ਲਿਖਣ ਦੀ ਸਮਰੱਥਾ ਚਾਹੀਦੀ ਹੈ। ਜ਼ਰੂਰੀ ਨਹੀਂ ਹੈ ਵੀ ਤੁਸੀਂ ਕਈ ਧੂਫ ਲਾ ਕੇ ਬਹਿ ਜਾਂਦੇ ਵੀ ਮੈਂ ਹੁਣ ਲਿਖਣ ਲੱਗਿਆ। ਉਹ ਬਹੁਤ ਪੜ੍ਹਿਆ ਮੈਂ, ਉਹ ਕਹਿੰਦਾ ਮੈਂ ਧੂਫ ਲਾ ਕੇ ਲਿਖ ਸਕਦਾ, ਮੈਨੂੰ ਉਹਨਾਂ ਚਿਰ ਵਿਚਾਰ ਹੀ ਨਹੀਂ ਉਤਰਦੇ ਹੈਗੇ। ਅਤੇ ਮੈਂ ਇਹੋ ਜਿਹਾ ਕੁਝ ਨਹੀਂ, ਉਹ ਜਿਹੋ ਜਿਹੀ ਟਰੱਕ ਦੀ ਲਾਈਫ ਅਸੀਂ ਜਿਵੇਂ ਹੀ ਸੀ ਉਹੋ ਜਿਹੇ ਮੈਂ ਲਿਖਣ ਵੇਲੇ ਵੀ ਕੋਈ ਹੁੰਦਾ ਰਹੇ, ਕੁਛ ਕਰਦਾ ਰਹੇ, ਕੋਈ ਸਮੱਸਿਆ ਨਹੀਂ। ਪਰ ਕੋਈ ਘਰ ਦੇ ਪਰੇਸ਼ਾਨੀ ਨਹੀਂ। ਉਹਨਾਂ ਨੇ ਸਗੋਂ ਇਹ ਜ਼ਰੂਰ ਕਹਿੰਦੇ ਨੇ ਕਿ ਉਹ ਉਹਦਾ ਕੰਮ ਕਰੀ ਜਾਂਦਾ, ਸਬਜ਼ੀ ਆਪ ਹੀ ਲਿਆਓ, ਇਹਨੇ ਕਿੱਥੇ ਜਾਣਾ ਹੁਣ। ਤਾਂ ਇੰਨਾ ਜ਼ਰੂਰ ਹੋ ਇੰਨਾ ਤਾਂ ਜ਼ਰੂਰ ਹੋ ਜਾਂਦਾ। ਮੇਰੀ ਮਜਬੂਰੀ ਹੋ ਗਈ, ਮੈਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਲੈਂਦੀ, ਪਰ ਟਾਈਮ ਬਹੁਤ ਘੱਟ ਆ। ਜਾਂਦੇ ਜਾਂਦੇ ਸੰਦੇਸ਼ ਜ਼ਰੂਰ ਲੈਣਾ ਕੋਈ ਤੁਹਾਡੇ ਤੋਂ। ਸੰਦੇਸ਼ ਤਾਂ ਦੇਖੋ ਮੈਂ ਅੱਜ ਕੱਲ੍ਹ ਸੁਣਦਾ ਨਹੀਂ ਕੋਈ, ਸੱਚੀ ਗੱਲ ਹੈ। ਸਾਰੇ ਸਿਆਣੇ ਨੇ, ਸਾਰੇ ਜਿੰਨੇ ਨਾ ਸਾਰੇ ਸਿਆਣੇ ਨੇ, ਸੁਣਦਾ ਵੀ ਕੋਈ ਨਹੀਂ। ਪਰ ਮੈਂ ਸਮਝਦਾ ਵੀ ਤੁਸੀਂ ਬਿਲਕੁਲ ਇਮਾਨਦਾਰੀ ਨਾਲ ਲਿਖੋ। ਜੇ ਕੋਈ ਈਰਖਾ ਕਰਦਾ ਹੈ, ਜੇ ਕੋਈ ਸਵਾਲ ਕਰਦਾ ਹੈ, ਫਾਲਤੂ ਸਵਾਲ ਕਰਦਾ ਹੈ, ਜਵਾਬ ਨਾ ਦਿਓ, ਚੁੱਪ ਰਹੋ। ਜੇ ਕੋਈ ਨਿੰਦਾ ਕਰਦਾ, ਚੁੱਪ ਰਹੋ। ਤੁਹਾਡੀ ਚੁੱਪ ਤੇ ਵਕਤ ਆਪਣੇ ਆਪ ਉਹਨਾਂ ਦਾ ਜਵਾਬ ਦੇ ਦੂਗਾ। ਆਪਣਾ ਕੰਮ ਕਰਦੇ ਜਾਓ, ਬਸ ਸਿਰਜਣਾ ਕਰਦੇ ਜਾਓ। ਜੇ ਤੁਸੀਂ ਉਸ ਉਲਝਣ 'ਚ ਪੈ ਗਏ, ਫਿਰ ਤੁਸੀਂ ਉਹ ਵਿਵਾਦ 'ਚ ਪੈ ਜਾਓਗੇ। ਫਿਰ ਤੁਹਾਡੀ ਜਿਹੜੀ ਸਿਰਜਣਾ ਹੈ ਉਹ ਸਾਰੀ ਉੱਧਰੇ ਲੱਗੂਗੀ। ਜੋ ਤੁਹਾਨੂੰ ਗਲਤ ਕਹਿੰਦਾ ਕਹਿਣ ਦਿਓ, ਜੋ ਤੁਹਾਡੀ ਨਿੰਦਾ ਕਰਦਾ ਕਰਨ ਦਿਓ, ਜੋ ਤੁਹਾਡੇ ਬਾਰੇ ਮਾੜੇ ਵਿਚਾਰ ਬਣਾਈ ਰੱਖਣ ਦਿਓ। ਤੁਸੀਂ ਆਪਣਾ ਕੰਮ ਕਰਦੇ ਜਾਓ, ਆਪਣੇ ਆਪ ਚੁੱਪ ਹੋ ਜਾਣਗੇ। ਬਹੁਤ ਖੂਬ। ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਅੱਜ ਦੇ ਲਈ ਇੰਨਾ ਹੀ ਜੀ। ਦਿਓ ਆਗਿਆ। ਸ਼ੁਕਰੀਆ।